ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਇ ਨਮੋ ਕਰ ਜੋਰਿ ਨਮੋ। ਤੇਗ ਬਹਾਦਰ ਪਰਮ ਕਿਰਪਾਲ ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਾ ਪਰ ਪੁੰਨ ਪੁੰਨ ਸੀਸਾ ਗੁਰ ਪੁੰਨ ਪੁੰਨ ਸੀਸਾ। ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤੁਮੇ ਲਿਖਾऊं मैं नहीं, मैं लूंगा अपने जोर। यही प्रतिज्ञा देख के फिर देखियो कौन और। वाहिगुरु जी का खालसा वाहिगुरु जी की फतेह। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਬਾਬਾ ਬੰਦਾ ਸਿੰਘ ਜੀ ਬਹਾਦਰ ਅਨੇਕਾਂ ਮੱਲਾਂ ਮਾਰਦਿਆਂ ਖਾਲਸੇ ਪੰਥ ਦੇ ਸਮੇਤ ਪਹਾੜੀ ਇਲਾਕੇ ਨੂੰ ਸੋਧਣ ਲਈ ਚੱਲੇ ਨੇ। ਕੀਰਤਪੁਰ ਸਾਹਿਬ ਤੋਂ ਉੱਪਰ ਜੇਜੋ ਨਾਮ ਦੇ ਇੱਕ ਪੜਾਅ ਦੇ ਉੱਤੇ ਡੇਰਾ ਕੀਤਾ ਹੈ ਔਰ ਪਹਾੜੀ ਰਾਜਿਆਂ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਲਈ ਦੋ ਰਾਹ ਹਨ, ਜਾਂ ਤਾਂ ਖਾਲਸੇ ਦੀ ਹੀਨ ਮੰਨ ਕੇ ਸਾਡੇ ਅਧੀਨ ਹੋ ਕੇ ਰਈਅਤ ਬਣ ਜਾਓ, ਜਾਂ ਫਿਰ ਲੜਨ ਵਾਸਤੇ ਜੰਗ ਕਰਨ ਲਈ ਤਿਆਰ ਹੋ ਜਾਓ। ਕਹਿਲੂਰੀ ਰਾਜੇ ਨੇ ਆਪਣੇ ਨਾਲ ਦੇ ਸਾਰੇ ਰਾਜਿਆਂ ਨੂੰ ਸੱਦ ਕੇ ਉਹਨਾਂ ਨਾਲ ਸਲਾਹਾਂ ਕੀਤੀਆਂ ਕਿ ਆਪਾਂ ਨੂੰ ਕਿਸੇ ਤਰੀਕੇ ਬੰਦਾ ਬਹਾਦਰ ਨੂੰ ਕਾਬੂ ਕਰਨਾ ਚਾਹੀਦਾ ਹੈ
ਜੇ ਜਿਉਂਦਾ ਫੜ ਕੇ ਲੈ ਆਈਏ ਤਾਂ ਉਹਦੇ ਕੋਲੋਂ ਪਾਰਸ ਜਾਂ ਪੋਰਸ ਮਿਲ ਸਕਦਾ ਸਾਨੂੰ, ਜਿਹਦੇ ਨਾਲ ਸਾਡੀਆਂ ਗਰੀਬੀਆਂ ਕੰਗਾਲੀਆਂ ਦੂਰ ਹੋ ਜਾਣਗੀਆਂ, ਸੋਨਾ ਅਸੀਂ ਬਣਾ ਸਕਦੇ ਹਾਂ। ਬਾਬਾ ਜੀ ਨੇ ਸੁਨੇਹਾ ਭੇਜ ਕੇ ਇਹਨਾਂ ਦੇ ਵਕੀਲ ਸੱਦੇ, ਉਹਨਾਂ ਨਾਲ ਗੱਲਬਾਤ ਕੀਤੀ। ਵਕੀਲਾਂ ਨੂੰ ਦੱਸਿਆ ਕਿ ਜੋ ਉਹਨਾਂ ਰਾਜਿਆਂ ਨੇ ਆਪਸ ਵਿੱਚ ਮਤਾ ਪਕਾਇਆ ਹੈ, ਉਹ ਸਾਰੀ ਜਾਣਕਾਰੀ ਬਾਬਾ ਜੀ ਨੇ ਦੇ ਦਿੱਤੀ। ਵਕੀਲ ਕਹਿਣ ਲੱਗੇ, ਜੀ ਸਾਡੇ ਕੋਲ ਵੀ ਬੜੇ ਬੜੇ ਜੰਤਰ ਮੰਤਰ ਤੰਤਰ ਜਾਣਨ ਵਾਲੇ ਨੇ। ਬਾਬਾ ਜੀ ਕਹਿੰਦੇ ਇੱਦਾਂ ਕਰੀਏ ਕਿ ਉਹਨਾਂ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਬਲ ਦੇ ਕੇ ਤੁਸੀਂ ਆਪਣੇ 5 ਬੰਦੇ ਭੇਜੋ। ਤੁਹਾਡੇ 5 ਜਵਾਨ ਹੋਣਗੇ, ਸਾਡੇ ਖਾਲਸੇ ਵਿੱਚੋਂ ਸਾਡਾ ਇੱਕ ਸਿੰਘ ਹੋਵੇਗਾ, ਤੇ ਉਹਨਾਂ ਦਾ ਆਮੋ ਸਾਹਮਣੇ ਹੋ ਕੇ ਮੁਕਾਬਲਾ ਕਰਾਈਏ। ਜਿਹੜਾ ਹਾਰੇਗਾ ਉਹ ਜਿੱਤਣ ਵਾਲੇ ਦੀ ਗੱਲ ਮੰਨੇਗਾ। ਕਹਿਣ ਲੱਗੇ, ਜੀ ਦੱਸੋ ਵੀ ਹਾਰੇ ਨੂੰ ਕੀ ਦੇਣਾ ਪਏਗਾ, ਜੇ ਅਸੀਂ ਜਿੱਤ ਗਏ ਤੇ ਸਾਨੂੰ ਕੀ ਮਿਲੇਗਾ? ਬਾਬਾ ਜੀ ਕਹਿੰਦੇ, ਜੇ ਤੁਸੀਂ ਜਿੱਤ ਗਏ ਤਾਂ ਮੈਂ ਤੁਹਾਡੇ ਪੁਸ਼ਤਾਂ ਤੱਕ ਤੁਹਾਡੇ ਖਜ਼ਾਨੇ ਭਰ ਦਿਆਂਗਾ, ਜੋ ਤੁਸੀਂ ਕਹੋਗੇ ਦੇ ਦਿਆਂਗੇ, ਹਾਜ਼ਰ ਕਰ ਦਿਆਂਗੇ, ਔਰ ਇੱਥੋਂ ਅਸੀਂ ਵਾਪਸ ਚਲੇ ਜਾਵਾਂਗੇ। ਕਹਿੰਦੇ, ਜੇ ਤੁਸੀਂ ਹਾਰ ਗਏ, ਜੇ ਤੁਸੀਂ ਜਿੱਤ ਗਏ, ਤੇ ਕਹਿੰਦੇ ਜੇ ਅਸੀਂ ਜਿੱਤ ਗਏ ਤੇ ਤੁਹਾਨੂੰ ਰਈਅਤ ਬਣਾਵਾਂਗੇ। ਕਹਿੰਦੇ ਲਿਖਤ ਕਰਕੇ ਦਿਓ। ਬਾਬਾ ਜੀ ਨੇ ਲਿਖਤ ਕਰਕੇ ਦੇ ਦਿੱਤੀ। ਕਹਿੰਦੇ ਜੀ ਅਸੀਂ ਵੀ ਲਿਖਤ ਕਰ ਦਈਏ? ਕਹਿੰਦੇ ਤੁਹਾਨੂੰ ਲਿਖਣ ਦੀ ਲੋੜ ਨਹੀਂ, ਜੇ ਤੁਸੀਂ ਨਾ ਵੀ ਮੰਨੇ ਤਾਂ ਵੀ ਅਸੀਂ ਤੁਹਾਨੂੰ ਆਪਣੇ ਜ਼ੋਰ ਨਾਲ ਹੀ ਮਨਾ ਲੈਣਾ, ਸਾਨੂੰ ਲਿਖਤਾਂ ਦੀ ਲੋੜ ਨਹੀਂ ਹੈ। ਤੋ ਇਸ ਪ੍ਰਕਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਾ ਵਕੀਲਾਂ ਨੂੰ ਸੁਨੇਹਾ ਭੇਜਿਆ। ਪਹਾੜੀ ਰਾਜੇ ਜਿਵੇਂ ਆਪਣੇ ਬੰਦੇ ਭੇਜ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ, ਇਹ ਗੁਰੂ ਪੰਥ ਦਾ ਇਤਿਹਾਸ ਹੈ, ਇਹ ਗੁਰੂ ਖਾਲਸੇ ਦਾ ਇਤਿਹਾਸ ਹੈ। ਗੁਰੂ ਖਾਲਸਾ ਜੀ ਉਸ ਪੰਥ ਦਾ ਜਿਸ ਪੰਥ ਵਿੱਚ ਮੇਰੇ ਸਤਿਗੁਰੂ ਜੀ ਨੇ ਆਪ ਪ੍ਰਵੇਸ਼ ਕੀਤਾ ਹੈ। ਜਿਸ ਵਕਤ ਪੰਜਾਂ ਨੂੰ ਖੰਡੇ ਦੀ ਪੌਲ ਮਹਾਰਾਜ ਗੁਰੂ ਕਲਗੀਧਰ ਨੇ ਬਖਸ਼ਿਸ਼ ਕੀਤੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ, ਤਾਂ ਭਾਈ ਦਇਆ ਸਿੰਘ ਜੀ ਨੂੰ ਕਲਗੀਧਰ ਜੀ ਨੇ ਬਚਨ ਕਹੇ, ਭਾਈ ਸਾਹਿਬ ਜੀ ਹੁਣ ਸਾਨੂੰ ਵੀ ਤੁਸੀਂ ਖੰਡੇ ਦੀ ਪੌਲ ਛਕਾਓ। ਭਾਈ ਦਇਆ ਸਿੰਘ ਜੀ ਨੇ ਆਖਿਆ, ਮਹਾਰਾਜ ਅਸੀਂ ਆਪ ਜੀ ਨੂੰ ਆਪਣੇ ਚਰਨਾਂ, ਆਪ ਜੀ ਦੇ ਚਰਨਾਂ ਵਿੱਚ ਸੀਸ ਅਰਪਣ ਕੀਤੇ ਹਨ, ਅਸੀਂ ਵੀ ਤੁਹਾਡੇ ਕੋਲੋਂ ਕੁਝ ਮੰਗਣਾ ਚਾਹੁੰਦੇ ਹਾਂ। ਕਲਗੀਧਰ ਜੀ ਨੇ ਆਖਿਆ, ਹਾਂ ਭਾਈ ਦਇਆ ਸਿੰਘ ਜੀ, ਮੈਂ ਤਾਂ ਆਪਣੇ ਕੋਲ ਖਾਲਸੇ ਵਾਸਤੇ ਕੁਝ ਆਪਣੇ ਕੋਲ ਰੱਖਿਆ ਹੀ ਨਹੀਂ, ਪਹਿਲਾਂ ਹੀ ਸਭ ਕੁਝ ਖਾਲਸੇ ਨੂੰ ਦੇ ਦਿੱਤਾ ਹੈ। ਕਹਿਣ ਲੱਗੇ, ਮਹਾਰਾਜ ਸਾਡੀ ਮੰਗ ਹੈ ਕਿ ਤੁਸੀਂ ਕਦੇ ਆਪਣੇ ਖਾਲਸੇ ਪੰਥ ਨੂੰ ਵਿਛੋੜਾ ਨਾ ਦਿਓ, ਆਪਣੇ ਪੰਥ ਨੂੰ ਕਦੇ ਵਿਛੋੜਾ ਨਾ ਦਿਓ। ਤੇ ਸਾਹਿਬ ਗੁਰਦੇਵ ਨੇ ਬਚਨ ਕਹੇ, ਆਖਿਆ ਦਇਆ ਸਿੰਘ ਜੀ ਮੈਂ ਪੰਥ ਤੋਂ ਕਦੇ ਵੱਖਰਾ ਹੋਵਾਂਗਾ ਨਹੀਂ, ਮੈਂ ਖਾਲਸੇ ਵਿੱਚ ਹੀ ਆਪਣਾ ਸदैवी ਨਿਵਾਸ ਰੱਖਾਂਗਾ। ਸਿੰਘ ਪੰਚਨ ਮੈਂ ਵਾਸਾ ਮੇਰਾ, ਪੰਜਾਂ ਵਿੱਚ ਮੇਰਾ ਨਿਵਾਸ ਹੋਵੇਗਾ, ਖਾਲਸੇ ਵਿੱਚ ਮੇਰਾ ਨਿਵਾਸ ਹੋਵੇਗਾ। ਇਹ ਬਚਨ ਗੁਰਦੇਵ ਨੇ ਕਹੇ ਨੇ। ਉਸ ਖਾਲਸੇ ਦੀ ਇਹ ਕਥਾ ਆਪ ਜੀ ਸਰਵਣ ਕਰ ਰਹੇ ਹੋ, ਜਿਹਦੇ ਵਿੱਚ ਖੁਦ ਗੁਰੂ ਕਲਗੀਧਰ ਪਾਤਸ਼ਾਹ ਆਪ ਵਸਦੇ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਇਹ ਬਚਨ ਮਹਾਰਾਜ ਜੀ ਨੇ ਖਾਲਸੇ ਦੀ ਮਹਿਮਾ ਚ ਕਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੁਮੇ ਲਿਖਾਓ ਮੈਂ ਨਹੀਂ, ਮੈਂ ਲਊਂਗਾ ਆਪਣੇ ਜੋਰ। ਜਦੋਂ ਬਾਬਾ ਜੀ ਨੇ ਲਿਖਤ ਕਰਕੇ ਦੇ ਦਿੱਤੀ ਨਾ, ਜੇ ਅਸੀਂ ਹਾਰ ਗਏ ਤੇ ਤੁਹਾਨੂੰ ਇਨਾਮ ਦੇਾਂਗੇ, ਮਾਇਆ ਦੇਾਂਗੇ, ਮੋਤੀ ਹੀਰੇ ਦੇਾਂਗੇ। ਇਹ ਕਹਿੰਦੇ ਜੀ ਹੁਣ ਅਸੀਂ ਵੀ ਲਿਖ ਕੇ ਦੇ ਦਈਏ ਵੀ ਜੇ ਅਸੀਂ ਹਾਰ ਗਏ ਤੇ ਤੁਹਾਡੀ ਰਈਅਤ ਬਣਾਂਗੇ। ਬਾਬਾ ਜੀ ਕਹਿਣ ਲੱਗੇ ਵੀ ਮੈਂ ਤੁਹਾਡੇ ਕੋਲੋਂ ਨਹੀਂ ਲਿਖਾਉਣਾ, ਤੁਮੇ ਲਿਖਾਓ ਮੈਂ ਨਹੀਂ, ਮੈਂ ਤੁਹਾਡੇ ਕੋਲੋਂ ਲਿਖਤ ਨਹੀਂ ਕਰਾਉਣੀ। ਕਿਉਂ ਨਹੀਂ ਕਰਾਉਣੀ? ਮੈਂ ਲਾਊਂਗਾ ਆਪਣੇ ਜ਼ੋਰ।
ਮੈਂ ਤਾਂ ਆਪਣੇ ਜ਼ੋਰ ਨਾਲ ਆ ਜਿਹੜੀ ਕਲਗੀਧਰ ਜੀ ਨੇ ਸ਼੍ਰੀ ਸਾਹਿਬ ਦਿੱਤੀ ਆ, ਇਹਦੇ ਬਲ ਨਾਲ ਲੈ ਲੈਣਾ ਤੁਹਾਡੇ ਕੋਲੋਂ ਰਾਜ। ਇਸ ਕਰਕੇ ਮੈਨੂੰ ਤੁਹਾਡੇ ਕੋਲੋਂ ਲਿਖਤ ਕਰਾਉਣ ਦੀ ਲੋੜ ਨਹੀਂ। ਯਹੀ ਪ੍ਰਤਿਗਿਆ ਦੇਖ ਕੇ ਫਿਰ ਦੇਖਿਓ ਕਉ ਔਰ। ਕਹਿੰਦੇ ਪਹਿਲਾਂ ਪ੍ਰਤਿਗਿਆ ਵੇਖ ਲਓ ਵੀ ਤੁਹਾਡੇ 5 ਤੇ ਸਾਡਾ 1 ਸਿੰਘ। ਇਹ ਜੇ ਤੁਹਾਡੇ ਤੋਂ ਇਹ ਵੇਖਣ ਤੋਂ ਬਾਅਦ ਕਹਿੰਦੇ ਇਹ ਨਹੀਂ ਵੀ ਇੱਥੇ ਹੀ ਬਸ ਹੋ ਜਾਏਗੀ। ਬਾਬਾ ਜੀ ਕਹਿੰਦੇ ਇੱਕ ਮੌਕਾ ਤੁਹਾਨੂੰ ਹੋਰ ਦੇਾਂਗੇ ਬਾਅਦ ਵਿੱਚ, ਫਿਰ ਦੇਖਿਓ ਕੋਈ ਹੋਰ ਕਿਤੇ ਮਨ 'ਚ ਨਾ ਰਹਿ ਜੇ ਵੀ ਇੱਕੋ ਵਾਰੀ ਮੌਕਾ ਦਿੱਤਾ ਤੇ ਬਾਬਾ ਜੀ ਨੇ ਦੂਜੀ ਵਾਰ ਮੌਕਾ ਨਹੀਂ ਦਿੱਤਾ ਸਾਨੂੰ। ਪਹਿਲੀ ਵਾਰ ਤਾਂ ਬੰਦੇ ਨੂੰ ਮਸਾਂ ਸਮਝ ਹੀ ਆਉਂਦੀ ਹੈ ਤੇ ਅਗਲਾ ਮੌਕਾ ਹੀ ਨਾ ਮਿਲੇ ਤਾਂ ਗੱਲ ਨਹੀਂ ਬਣਦੀ। ਕਹਿੰਦੇ ਫਿਰ ਤੁਹਾਨੂੰ ਇੱਕ ਅੱਧਾ ਮੌਕਾ ਹੋਰ ਦੇ ਦਿਆਂਗੇ ਭਾਈ, ਇੱਕ ਪਹਿਲਾਂ ਆ ਜਿਹੜੀ ਪ੍ਰਤਿਗਿਆ ਅਸੀਂ ਇਹ ਪੂਰੀ ਕਰਾਂਗੇ। ਜੋ ਪਈ ਤੋ ਵਕੀਲਨ ਲਿਖ ਨਿਰਪਤ ਲਾਏ। ਵਕੀਲਾਂ ਨੇ ਬਾਬਾ ਜੀ ਦੇ ਕੋਲੋਂ ਇਹ ਸਾਰੀ ਗੱਲਬਾਤ ਸੁਣ ਕੇ ਲਿਖਤ ਕਰਕੇ ਰਾਜਿਆਂ ਦੇ ਕੋਲ, ਕਹਿਲੂਰੀ ਰਾਜਾ ਬਿਲਾਸਪੁਰ ਨੇੜੇ ਹੀ ਬੈਠਾ ਸੀ, ਉਹਦੇ ਕੋਲ ਭੇਜਿਆ। 5 ਜਵਾਨ ਵੱਡ ਕਲੋ ਚੁਗਾਏ। ਲਿਖਤ ਕਰਕੇ ਭੇਜੀ ਕਿ 5 94 ਜਵਾਨ ਭੇਜਿਓ ਜਿਨ੍ਹਾਂ ਦੇ ਸਰੀਰਾਂ ਵਿੱਚ ਪੂਰਾ ਬਲ ਭਰਿਆ ਹੋਵੇ। ਏਦਾਂ ਜਾਪੇ ਜਿਵੇਂ ਰਣ ਥੰਬ ਹੁੰਦੇ ਨੇ, ਏਦਾਂ ਦੇ 5 ਜਵਾਨ। ਫਿਰ ਉਹਨਾਂ ਤੇ ਜਿਹੜੇ ਆਪਣੇ ਆ ਤੰਤਰ ਮੰਤਰ ਪੜਨ ਵਾਲੇ ਨੇ ਉਹ ਮੰਤਰ ਵੀ ਪੜ੍ਹਾ ਲਿਓ ਉਹਨਾਂ ਤੇ, ਵੀ ਉਹਨਾਂ ਤੰਤਰਾਂ ਮੰਤਰਾਂ ਦਾ ਬਲ ਵੀ ਹੋਵੇ, ਸਰੀਰ ਦਾ ਬਲ ਵੀ ਹੋਵੇ ਉਹਨਾਂ 5 'ਚ। ਉਹ 5 ਜਵਾਨ ਚੁਣ ਕੇ ਸਾਡੇ ਕੋਲ ਭੇਜੋ ਇੱਥੇ। ਸੋ ਪਰਬਤੀਨ 5 ਦਏ ਕਲਾਏ। ਪਹਾੜੀ ਰਾਜਿਆਂ ਨੇ ਆਖਿਆ ਵੀ ਇਹ ਤਾਂ ਗੱਲ ਹੀ ਬੜੀ ਵਧੀਆ, ਵੀ ਨਾ ਲੜਾਈ ਕਰਨੀ, ਨਾ ਹਿੰਗ ਲੱਗੇ, ਨਾ ਫਟਕੜੀ। ਇੱਥੇ ਤਾਂ ਬੜੇ ਸੌਖੇ ਢੰਗ ਨਾਲ ਹੀ ਇਹ ਫੈਸਲਾ ਹੋ ਜਾਣਾ। ਤੋ ਪਹਾੜੀਆਂ ਨੇ ਗੱਲ ਮੰਨ ਕੇ ਆਪਣੇ 5 ਜਿਹੜੇ ਚੰਗੇ 94 ਜਰਨੈਲ ਸੀ ਨਾ ਇਹਨਾਂ ਦੇ ਬਲੀ, ਉਹ ਬੁਲਾਏ। ਉਹਨਾਂ ਤੇ ਪਹਿਲਾਂ ਰੱਖਾਂ ਰੁੱਖਾਂ ਵੀ ਬੰਨੀਆਂ ਤੰਤਰਾਂ ਮੰਤਰਾਂ ਵਾਲਿਆਂ ਨੇ, ਕਿਸੇ ਨੇ ਮੋਢੇ ਤੇ, ਕਿਸੇ ਨੇ ਗਲ 'ਚ ਆ ਕੇ ਧਾਗੇ ਪਾਏ ਵੀ ਹੁਣ ਤੁਹਾਡੇ 'ਚ ਹਾਥੀਆਂ ਜਿੰਨਾ ਬਲ ਭਰ ਦਿੱਤਾ। ਬਲੀ ਤਾਂ ਉਹ ਪਹਿਲਾਂ ਹੀ ਸੀ। ਏਦਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਵੀ ਤਿਆਰ ਕਰਕੇ ਬਲੀ ਕਰਕੇ ਉਹ 5 ਬੰਦੇ ਪਹਾੜੀਆਂ ਨੇ ਭੇਜੇ। ਹੁਤੇ ਮੀਏ ਸੋ ਵੱਡ ਕਦਵਾਏ। ਮੀਏ ਸਨ ਪਹਾੜਾਂ ਦੇ ਵਿੱਚ, ਰੰਗੜ ਮੀਏ ਚੀਏ ਬੜੇ ਸਦਾਉਂਦੇ ਆ। ਇਹ ਮੀਏ ਸਦਾਉਂਦੇ ਸੀ, ਬੜੇ ਸਰਦਾਰ ਸੀ ਵੱਡੇ, ਔਰ ਬੜੇ ਬਲੀ ਸਨ, ਉੱਚੇ ਉੱਚੇ ਲੰਮੇ ਕੱਦਾਂ ਵਾਲੇ ਸਨ, 7-7 ਫੁੱਟੇ ਜਵਾਨ ਸਨ। ਸਾਥ ਉਨੋ ਬੋ ਕਲੀ ਸਿਪਾਏ। ਇਹਨਾਂ ਨੇ ਉਹਨਾਂ 5 ਦੇ ਨਾਲ ਸਿਪਾਹੀ ਵੀ ਭੇਜੇ, ਇਹਨੇ ਵੀ ਇਕੱਲੇ 5 ਹੀ ਭੇਜੇ। ਵਿਸ਼ਵਾਸ ਨਹੀਂ ਸੀ ਉਹਨਾਂ ਨੂੰ, ਇਹਨਾਂ ਨੇ ਆਪਣੇ ਨਾਲ ਸਿਪਾਹੀ ਵੀ ਭੇਜੇ ਉਹਨਾਂ 5 ਯੋਧਿਆਂ ਨਾਲ। ਮਤ ਬੰਦਾ ਉਨ ਛਲੋਂ ਝੁਠਾਏ। ਇਹਨਾਂ ਨੂੰ ਇਹ ਵੀ ਡਰ ਸੀ ਵੀ ਕਿਤੇ ਬੰਦਾ ਸਾਡੇ ਨਾਲ ਛਲ ਨਾ ਕਰੇ, ਇਸ ਕਰਕੇ 5 ਜਵਾਨਾਂ ਦੇ ਨਾਲ ਹੋਰ ਸਿਪਾਹੀ ਵੀ ਭੇਜੇ ਹਨ। ਤਬ ਬੰਦੇ ਸਿੰਘ 5 ਮੰਗਾਏ। ਜਦੋਂ ਉਧਰੋਂ 5 ਜਣੇ ਆ ਗਏ ਨਾਲ ਸਿਪਾਹੀ ਪਹਾੜੀਆਂ ਦੇ, ਇਧਰੋਂ ਬਾਬਾ ਬੰਦਾ ਸਿੰਘ ਜੀ ਨੇ ਵੀ ਹੁਣ 5 ਸਿੰਘ ਬੁਲਾਏ। ਖਾਲਸੇ ਵਿੱਚੋਂ 5 ਸਿੰਘਾਂ ਨੂੰ ਸੱਦਿਆ। ਕਹਿਓ ਬੰਦੇ ਤੁਮ ਕੋ ਪਾਏ। 5 ਸਿੰਘਾਂ ਨੂੰ ਸੱਦ ਕੇ ਤੇ ਕਹਿਣ ਲੱਗੇ, ਹਾਂ ਭਾਈ ਖਾਲਸਾ ਜੀ, ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕੀ ਚੰਗਾ ਲੱਗਦਾ। ਵੀ ਮੈਂ ਕਹਿ ਤਾਂ ਦਿੱਤਾ ਵੀ ਇਕੱਲਾ ਲੜੇਗਾ 5 ਨਾਲ, ਹੁਣ ਤੁਸੀਂ 5 ਤੁਹਾਨੂੰ ਸੱਦ ਲਿਆ, ਹੁਣ ਤੁਸੀਂ 5 ਨਾਲ 5 ਲੜੋਗੇ ਜਾਂ 1 ਲੜੋਗੇ, ਦੱਸੋ। ਏਦਾਂ ਬਾਬਾ ਜੀ ਨੇ ਬੇਨਤੀ ਕਰਕੇ 5 ਸਿੰਘਾਂ ਨੂੰ ਪੁੱਛਿਆ। ਦੇਖਤ ਨਿਕਸ ਬਾਗੜ ਸਿੰਘ ਫਰਾ। ਭਾਈ ਬਾਗੜ ਸਿੰਘ ਬੜਾ ਯੋਧਾ ਸੀ, ਸੂਰਮਾ ਸੀ। ਭਾਈ ਬਾਗੜ ਸਿੰਘ ਜੀ ਛਾਲ ਮਾਰ ਕੇ ਅੱਗੇ ਆ ਗਏ, ਬਰਛਾ ਫੜਿਆ ਹੱਥ ਵਿੱਚ, ਨੇਜਾ, ਤਿਆਰ ਬਰ ਤਿਆਰ ਸ਼ਸਤਰਧਾਰੀ ਯੋਧਾ। ਭਾਈ ਬਾਗੜ ਸਿੰਘ ਜੀ ਅੱਗੇ ਆਏ। ਸਦ ਬੰਦੇ ਪਿੱਠ ਤਿਸ ਹੱਥ ਧਰਾ। ਕਹਿੰਦੇ ਜੀ 5 ਨਾਲ ਕੱਲਾ ਮੈਂ ਹੀ ਜਾਵਾਂਗਾ ਅੱਗੇ। ਭਾਈ ਬਾਗੜ ਸਿੰਘ ਜੀ ਨੂੰ ਬੰਦਾ ਸਿੰਘ ਜੀ ਨੇ ਆਪਣੇ ਕੋਲ ਬੁਲਾਇਆ, ਕੋਲ ਬੁਲਾ ਕੇ ਥਾਪੜਾ ਦਿੱਤਾ। ਅੰਗਦ ਜਿਮ ਬਲ ਤਿਸ ਮੈਂ ਧਾਰਾ। ਕਹਿੰਦੇ ਇੱਕ ਅੰਗਦ ਹੋਇਆ ਬਾਲੀ ਦਾ ਪੁੱਤ, ਕਹਿੰਦੇ ਜਿਵੇਂ ਉਹਦੇ 'ਚ ਬਲ ਸੀ ਨਾ, ਵੀ ਉਹਦੀ ਲੱਤ ਨਹੀਂ ਹਿਲਾ ਸਕਿਆ ਸੀ ਕੋਈ ਰਾਵਣ ਦੀ ਸਭਾ 'ਚ, ਇੰਨਾ ਬਲੀ ਸੀ।
ਇੰਨਾ ਬਲ ਭਾਈ ਬਾਗੜ ਸਿੰਘ ਦੇ ਤਨ ਚ ਭਰ ਦਿੱਤਾ। ਤੋ ਬਾਗੜ ਸਿੰਘ ਐਸੀ ਉਚਾਰਾ, ਭਾਈ ਬਾਗੜ ਸਿੰਘ ਜੀ ਕੜਕਵੀਂ ਆਵਾਜ਼ ਦੇ ਵਿੱਚ ਬੋਲੇ, ਇਨ ਪਾਚਨ ਕੋ ਅਬ ਕਿਆ ਕਾਮ, ਕਹਿਣ ਲੱਗੇ ਜੀ ਇਹਨਾਂ ਪੰਜਾਂ ਦਾ ਹੁਣ ਕੀ ਕੰਮ ਹੈ। ਰੱਖਿਓ ਪਿੱਛੇ ਕਿਮ 500 ਥਾਮ, ਕਹਿੰਦੇ ਵੀ ਇਹ ਪੰਜ ਹੀ ਆਏ ਨੇ ਪਹਾੜੀਏ, 500 ਇਹਨਾਂ ਦੇ ਪਿੱਛੇ ਖੜੇ ਨੇ, ਕਿਉਂਕਿ ਇਹ 5 ਜਣੇ 500 ਬੰਦਾ ਹੋਰ ਲਿਆਏ ਸੀ ਨਾਲ। ਕਹਿੰਦੇ ਵੀ ਇਹ ਪੰਜਾਂ ਦਾ ਕੀ ਕੰਮ, ਵੀ ਉਹ 500 ਨੂੰ ਵੀ ਸੱਦ ਲਓ ਨਾਲ, ਸਾਰਿਆਂ ਦੇ ਨਾਲ ਮੈਂ ਇਕੱਲਾ ਹੀ ਮੁਕਾਬਲਾ ਕਰੂੰ। ਕਹਿੰਦੇ ਨਾ ਪੰਜਾਂ ਇਹ ਕੀ ਨੇ ਮੇਰੇ ਸਾਹਮਣੇ, ਤਾਂ ਕੁਝ ਵੀ ਨਹੀਂ, ਜਿਹੜਾ 500 ਇਹਨਾਂ ਦੇ ਪਿੱਛੇ ਹੋਰ ਖੜਾ ਉਹਨਾਂ ਨੂੰ ਵੀ ਸੱਦ ਲਓ। ਸਤਿਗੁਰ ਦੇ ਹੈ ਐਸ ਉਚਾਰਾ, ਕਿ ਮੇਰੇ ਸਤਿਗੁਰੂ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਇਸ ਤਰ੍ਹਾਂ ਉਚਾਰਨ ਕਰ ਗਏ ਹਨ, ਮੈਂ 1.25 ਲੱਖ ਸੋ ਲੜਾਉ ਇੱਕ ਪਿਆਰਾ। ਸਾਡੇ ਗੁਰਦੇਵ ਨੇ ਬਚਨ ਕੀਤੇ ਨੇ ਕਿ 1.25 ਲੱਖ ਦੇ ਨਾਲ ਮੈਂ ਇੱਕ ਲੜਾਵਾਂਗਾ। ਫਿਰ ਇਹ ਤਾਂ 5 ਹੀ ਨੇ, 500 ਹੋਰ ਆ ਜਾਣ, 1.25 ਲੱਖ ਹੀ ਆ ਜਾਣ। ਕਹਿੰਦੇ ਮੈਂ ਕੱਲਾ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਤੇ ਚੱਲਾਂਗਾ। ਦੋਹਰਾ ਉਤਥੈ 5 ਜੇਊ ਆਏ, ਉਧਰੋਂ 5 ਜਣੇ, 5 ਜਵਾਨ ਪਹਾੜੀਆਂ ਦੇ ਉਹ ਅੱਗੇ ਵੱਧ ਕੇ ਆਏ। ਦਿਓ ਇਤ ਤੇ ਇੱਕ ਤੁਰਵਾਏ, ਇਧਰੋਂ ਕੱਲੇ ਭਾਈ ਬਾਗੜ ਸਿੰਘ ਜੀ ਅੱਗੇ ਗਏ। ਫੌਜਾਂ ਦੋਹਾਂ ਪਾਸੇ ਨੇ ਨਾ, ਉਧਰ ਉਹਨਾਂ ਦੀ ਪਹਾੜੀਆਂ ਦੀ ਫੌਜ ਖੜੀ ਹੈ, ਇਧਰ ਬਾਬਾ ਬੰਦਾ ਸਿੰਘ ਜੀ ਖਾਲਸੇ ਸਮੇਤ ਨੇ। ਉਧਰ ਉਹਨਾਂ ਨੇ 5 ਜਣੇ ਭੇਜੇ, ਇਧਰੋਂ ਕੱਲਾ ਭਾਈ ਬਾਗੜ ਸਿੰਘ ਜੀ ਅੱਗੇ ਵਧਿਆ। ਜਾਏ ਤਿਨੈ ਕੈ ਮਦ ਖੜਿਓ, ਸ਼੍ਰੀ ਸਤਿਗੁਰ ਫਤਿਹ ਬੁਲਾਏ। ਭਾਈ ਬਾਗੜ ਸਿੰਘ ਜੀ ਜਾ ਕੇ ਉਹਨਾਂ ਪੰਜਾਂ ਦੇ ਵਿੱਚ ਖਲੋ ਗਏ। ਜਾ ਕੇ ਉਹਨਾਂ ਪੰਜਾਂ ਪਹਾੜੀਆਂ ਦੇ ਕੋਲ ਪਹਿਲਾਂ ਬਾਬਾ ਬਾਗੜ ਸਿੰਘ ਨੇ ਫਤਿਹ ਗਜਾਈ, ਗੱਜ ਕੇ ਫਤਿਹ ਗਜਾ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ ਤੋ ਬਾਗੜ ਸਿੰਘ ਪੈਰ ਪਸਾਰਾ, ਭਾਈ ਬਾਗੜ ਸਿੰਘ ਨੇ ਨਾ ਆਪਣਾ ਪੈਰ, ਆਪਣਾ ਚਰਨ ਉਹ ਅੱਗੇ ਪਸਾਰ ਕੇ ਜ਼ਮੀਨ ਵਿੱਚ ਏਦਾਂ ਗੱਡਿਆ, ਅੱਗੇ ਜਿਵੇਂ ਪੈਂਤਰੇ ਤੇ ਖਲੋਈਦਾ ਨਾ, ਇਹਦਾ ਖੱਬਾ ਪੈਰ ਪਿੱਛੇ ਤੇ ਸੱਜਾ ਅੱਗੇ ਕਰਕੇ ਉਹ ਜ਼ਮੀਨ ਦੇ ਵਿੱਚ ਅੜਾਇਆ। ਅੰਗਦ ਜਿਮ ਉਨ ਕੋ ਲਲਕਾਰਾ, ਔਰ ਜਿਵੇਂ ਅੰਗਦ ਨੇ ਲਲਕਾਰਿਆ ਸੀ ਨਾ ਰਾਵਣ ਦੀ ਸਭਾ 'ਚ, ਹਿਲਾਓ ਮੇਰਾ ਪੈਰ, ਕਿਹੜਾ ਹਿਲਾਉਂਦਾ, ਤੇ ਕੋਈ ਉਹਦਾ ਪੈਰ ਨਹੀਂ ਸੀ ਹਿਲਾ ਸਕੇ। ਏਦਾਂ ਭਾਈ ਬਾਗੜ ਸਿੰਘ ਨੇ ਲਲਕਾਰਿਆ ਉਹਨਾਂ ਪੰਜਾਂ ਨੂੰ। ਹਮਰੇ ਚਰਨ ਕੋ ਪ੍ਰਥਮ ਉਠਾਓ, ਉਹ ਕਹਿੰਦੇ ਵੀ ਆਪਾਂ ਤਲਵਾਰ ਦੀ ਲੜਾਈ ਨਹੀਂ ਕਰਦੇ, ਆਹ ਕੰਮ ਕਰ ਲਈਏ ਵੀ ਤੁਹਾਡੀ ਜਾਨ ਬਚੀ ਰਹੂ, ਕਿਉਂਕਿ ਜੇ ਤਲਵਾਰ ਚੱਲੀ ਤੇ ਤੁਹਾਨੂੰ ਪੰਜਾਂ ਤੋਂ ਬਾਅਦ ਅੱਗੇ 500 ਵੀ ਨਜ਼ਰ ਨਹੀਂ ਆਉਣੇ ਪਿੱਛੇ ਜਿਹੜੇ ਤੁਹਾਡੇ ਖੜੇ ਆ। ਇਸ ਕਰਕੇ ਆਪਾਂ ਫੈਸਲਾ ਏਦਾਂ ਹੀ ਕਰ ਲਈਏ, ਬਾਲੀ ਅਜਮਾਉਣਾ। ਕਹਿੰਦੇ ਮੈਂ ਆਪਣਾ ਚਰਨ ਇੱਥੇ ਰੱਖ ਦਿੱਤਾ ਜ਼ਮੀਨ ਤੇ, ਤੁਸੀਂ ਆਓ ਤੇ ਆ ਕੇ ਮੇਰਾ ਜਿਹੜਾ ਇਹ ਪੈਰ ਹੈ, ਚਰਨ ਹੈ, ਇਹਨੂੰ ਚੁੱਕੋ, ਇਹਨੂੰ ਜ਼ਮੀਨ ਤੋਂ ਹਿਲਾ ਕੇ ਵਿਖਾਓ। ਪਿੱਛੇ ਚਹੁ ਸੋ ਔਰ ਕਰਵਾਓ, ਤੇ ਕਹਿੰਦੇ ਇੱਕ ਇੱਕ ਜਣਾ, ਪਹਿਲਾਂ ਇੱਕ ਜਣਾ ਆ ਜਾਏ, ਫਿਰ ਚਾਰੇ ਦੂਜੇ ਵੀ ਆ ਜਾਣ, ਪੰਜੇ ਰਲ ਕੇ ਚੁੱਕੋ ਸਾਡਾ ਚਰਨ, ਜ਼ਮੀਨ ਦੇ ਉੱਤੋਂ ਟਸ ਤੋਂ ਮਸ ਕਰੋ ਜੇ ਹੁੰਦਾ। ਤੋ ਪਰਬਤੀਨ ਐਸੇ ਫੁਰਮਾਇਓ, ਉਹ ਵੀ ਹੁਣ ਜਰਨੈਲ ਸੀ, ਸੂਰਮੇ ਕਹਾਉਂਦੇ ਸੀ ਪਹਾੜੀਏ। ਉਹ ਪੰਜੇ ਬੋਲੇ ਅੱਗੋਂ ਭਾਈ ਬਾਗੜ ਸਿੰਘ ਨੂੰ ਕਹਿਣ ਲੱਗੇ, ਪ੍ਰਥਮੇ ਹਮ ਤੇ ਪੈਰ ਛੁਹਾਇਓ। ਕਹਿੰਦਾ ਇਹ ਗੱਲ ਠੀਕ ਹੈ ਬਾਗੜ ਸਿਆਂ, ਵੀ ਤੂੰ ਸਾਡੇ ਕੋਲੋਂ ਪਹਿਲਾਂ ਹੀ ਆਪਣਾ ਪੈਰ ਛੁਹਾਣਾ ਚਾਹੁੰਦਾ ਵੀ ਅਸੀਂ ਤੇਰੇ ਪੈਰ ਹੀ ਡਿੱਗ ਜੀਏ। ਕਹਿੰਦੇ ਏਦਾਂ ਥੋੜੀ ਅਸੀਂ ਬਲ ਅਜਮਾਉਣਾ, ਵੀ ਇਹ ਤਾਂ ਗੱਲ ਗਲਤ ਹੈ ਵੀ ਅਸੀਂ ਪਹਿਲਾਂ ਹੀ ਤੇਰੇ ਪੈਰੀ ਪੈ ਜਾਈਏ, ਤੂੰ ਪਹਿਲਾਂ ਹੀ ਸਾਨੂੰ ਆਪਣੇ ਪੈਰੀ ਪਾਉਣਾ ਚਾਹੁੰਦਾ, ਏਦਾਂ ਨਹੀਂ ਹੋ ਸਕਦਾ। ਹਮ ਸੋ ਦਸਤ ਪੋਸ਼ੀ ਕਰ ਲਿਓ, ਉਹ ਕਹਿੰਦੇ ਵੀ ਸਾਡੇ ਨਾਲ ਦਸਤ ਪੰਜਾ ਕਰ, ਵੀ ਏਦਾਂ ਹੱਥ ਮਿਲਾ ਕੇ ਹੱਥ ਘੁੱਟਣਾ, ਦਸਤ ਪੰਜਾ ਜਿਹਨੂੰ ਕਹਿ ਦਿੰਦੇ ਆ, ਵੀ ਦਸਤ ਪੋਸ਼ੀ ਕਰੋ ਸਾਡੇ ਨਾਲ ਤੇ ਦਸਤ ਪੰਜਾ ਕਰਕੇ ਬਲ ਵਿਖਾਓ। ਉਹਨੇ ਕਹੇ ਆਗੇ ਹੱਥ ਕਹਿਓ, ਬਾਬਾ ਜੀ ਨੇ ਝਟ ਅੱਗੇ ਹੱਥ ਕਰ ਦਿੱਤਾ, ਕਹਿੰਦੇ ਆ ਜਾਓ ਬਈ ਦਸਤ ਪੋਸ਼ੀ ਕਰ ਲਓ, ਦਸਤ ਪੰਜਾ ਕਰਨਾ ਤੇ ਦਸਤ ਪੰਜਾ ਕਰ ਲਵੋ। ਉਨ ਮਦ ਹੋਤੋ ਇੱਕ ਬੜੋ ਜਵਾਨ, ਉਹਨਾਂ ਪੰਜਾਂ ਵਿੱਚੋਂ ਜਿਹੜਾ ਸਭ ਤੋਂ ਬਲੀ ਸੀ ਉਹਨੂੰ ਉਹਨਾਂ ਨੇ ਅੱਗੇ ਕੀਤਾ ਵੀ ਜਾ ਕੇ ਹੱਥ ਫੜ ਬਾਗੜ ਸਿੰਘ ਦਾ ਤੇ ਘੁੱਟ ਦੇ।
ਇਦਾਂ ਵੀ ਦਸਤ ਪੰਜਾ ਕਰਨ ਵਾਸਤੇ। ਉਹਨਾਂ ਵਿੱਚੋਂ ਇੱਕ ਨੂੰ ਮੂਹਰੇ ਭੇਜਿਆ, ਕਰਿਓ ਹੱਥ ਤਿਨ ਆਗੇ ਆਨ। ਉਹਨੇ ਵੀ ਆ ਕੇ ਏਦਾਂ ਅੱਗੇ ਹੱਥ ਕੀਤਾ। ਇਧਰੋਂ ਭਾਈ ਬਾਗੜ ਸਿੰਘ ਨੇ ਹੱਥ ਵਧਾਇਆ, ਏਕ ਹੱਥ ਤੈਂ ਫੜ ਜਬ ਲੀਨਾ। ਉਹਦਾ ਸੱਜਾ ਹੱਥ ਇਧਰ ਭਾਈ ਬਾਗੜ ਸਿੰਘ ਦਾ ਸੱਜਾ ਹੱਥ, ਦੋਹਾਂ ਨੇ ਇੱਕ ਦੂਜੇ ਦਾ ਹੱਥ ਪਕੜਿਆ। ਤੜਫਿਓ ਜੈਸੇ ਜਲ ਬਿਨ ਮੀਨਾ। ਤੇ ਭਾਈ ਬਾਗੜ ਸਿੰਘ ਜੀ ਨੇ ਆਖਿਆ ਵੀ ਤੂੰ ਜ਼ੋਰ ਲਾ ਲੈ ਪਹਿਲਾਂ, ਵੀ ਖਾਲਸਾ ਪਹਿਲਾਂ ਵਾਰ ਪਹਿਲਾਂ ਨਹੀਂ ਕਰਦਾ, ਤੂੰ ਲਾ ਲੈ ਤਾਣ ਪਹਿਲਾਂ। ਉਹਨੇ ਤਾਣ ਲਾਇਆ, ਉਹਦੇ ਕੋਲੋਂ ਘੁੱਟ ਨਾ ਹੋਇਆ। ਫਿਰ ਭਾਈ ਬਾਗੜ ਸਿੰਘ ਜੀ ਨੇ ਜਦੋਂ ਏਦਾਂ ਹੱਥ ਪਕੜ ਕੇ ਥੋੜਾ ਜਿਹਾ ਪਚੀੜਿਆ ਨਾ, ਹੱਥ ਨੂੰ ਘੁੱਟਿਆ, ਏਦਾਂ ਤੜਫਣ ਲੱਗਾ ਜਿਵੇਂ ਮੱਛੀ ਨਹੀਂ ਤੜਫਦੀ ਪਾਣੀ ਤੋਂ ਬਿਨਾਂ। ਏਦਾਂ ਕਹਿੰਦੇ ਉਹ ਜਿਹੜਾ ਪਹਾੜੀਆ ਸੀ ਉਹ ਤੜਫਣ ਲੱਗਾ। ਇੱਕ ਹੱਥ ਤੇ ਫੜ ਸਿੰਘ ਦਬਾਇਓ। ਇੱਕੋ ਹੱਥ ਨਾਲ ਹੀ ਫੜਿਆ, ਨਹੀਂ ਦੂਜਾ ਹੱਥ ਨਹੀਂ ਲਾਇਆ ਭਾਈ ਬਾਗੜ ਸਿੰਘ ਨੇ, ਉਹ ਦੋਵੇਂ ਲਾਈ ਫਿਰਦਾ। ਭਾਈ ਬਾਗੜ ਸਿੰਘ ਨੇ ਇੱਕੋ ਹੱਥ ਦੇ ਨਾਲ ਜਦੋਂ ਘੁੱਟ ਕੇ ਹੋਰ ਜ਼ਿਆਦਾ ਨਪੀੜਿਆ ਹੱਥ ਨੂੰ, ਪਇਓ ਚੂਰਨ ਤੇ ਉਹ ਬਿਲ ਲਾਇਓ। ਉਹਦੇ ਹੱਥ ਦੀਆਂ ਹੱਡੀਆਂ ਕੜਕੜ ਕਰਕੇ ਜਿਵੇਂ ਚੂਰਨ ਨਹੀਂ ਹੋ ਜਾਂਦੀਆਂ, ਟੁੱਟ ਕੇ ਇਕੱਠੀਆਂ ਜੀਆਂ ਹੋ ਗਈਆਂ ਉਹਦੀਆਂ ਪਠਾਨ ਦੀਆਂ। ਕਹਿੰਦੇ ਭਾਇਓ ਚੂਰਨ ਤੋਂ ਵਹੁ ਬਿਲ ਲਾਇਓ, ਪਹਾੜੀਏ ਦੀਆਂ ਮੀਏ ਦੀਆਂ। ਕਹਿੰਦੇ ਜਦੋਂ ਹੱਡੀਆਂ ਜਿਹੜੀਆਂ ਹੱਥ ਦੀਆਂ ਸਨ ਉਹ ਕੜਕੜ ਕਰਕੇ ਟੁੱਟ ਕੇ ਇਕੱਠੀਆਂ ਜੀਆਂ ਹੋ ਗਈਆਂ ਜਿਵੇਂ ਚੂਰਨ ਹੁੰਦਾ, ਏਦਾਂ ਭਾਈ ਬਾਗੜ ਸਿੰਘ ਨੇ ਹੱਥ ਨਾਲ ਇਹਦਾ ਹੱਥ ਘੁੱਟਿਆ। ਹਾਏ ਹਾਏ ਕਰ ਮੂੰਹੋਂ ਉਚਾਰੀ। ਮੂੰਹ ਹਾਏ ਹਾਏ ਕਰਦਾ, ਕਹਿੰਦਾ ਛੱਡ ਦੇ ਬਾਗੜ ਸਿਆਂ, ਛੱਡ ਦੇ ਹੱਥ। ਮੂੰਹ ਏਦਾਂ ਕਹੇ, ਹਾਏ ਹਾਏ ਕਹੇ। ਉਹ ਕਹਿੰਦਾ ਹਾਲੇ ਤਾਂ ਘੁੱਟਿਆ ਹੀ ਨਹੀਂ, ਹਾਲੇ ਤਾਂ ਤਾਣ ਲਾਇਆ ਹੀ ਨਹੀਂ, ਹਾਲੇ ਤਾਂ ਹੋਰ ਥੋੜਾ ਜਿਹਾ ਹੌਸਲਾ ਕਰ, ਜ਼ੋਰ ਲਾ। ਕਹਿੰਦੇ ਉਹਦੇ ਕੋਲੋਂ ਅੱਗੋਂ ਤਾਣ ਨਹੀਂ ਲੱਗਾ, ਮੂੰਹ ਹਾਏ ਹਾਏ ਕਰਦਾ। ਛੱਡੋ ਖਾਲਸਾ ਸ਼ਰਨ ਤੁਮਾਰੀ। ਅਖੀਰ ਉਹ ਪਹਾੜੀਆ ਬੋਲਿਆ, ਕਹਿੰਦਾ ਖਾਲਸਾ ਜੀ ਛੱਡ ਦਿਓ, ਮੈਂ ਤੁਹਾਡੀ ਸ਼ਰਨ 'ਚ। ਖਾਲਸਾ ਜੀ ਛੱਡ ਦਿਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਛੱਡ ਬਾਗੜ ਸਿੰਘ ਉਸ ਯੋਂ ਕਹਿਓ। ਖਾਲਸਾ ਜਦੋਂ ਇਹ ਸੁਣ ਲੈ ਵੀ ਕੋਈ ਸ਼ਰਨ 'ਚ ਆਏ ਤੇ ਸ਼ਰਨ ਆਏ ਨੂੰ ਉਸੇ ਵੇਲੇ ਰੱਖ ਲੈਂਦੇ ਆ, ਉਸੇ ਵੇਲੇ ਹੱਥ ਢਿੱਲਾ ਕਰ ਦਿੱਤਾ, ਛੱਡ ਦਿੱਤਾ। ਤੇ ਭਾਈ ਬਾਗੜ ਸਿੰਘ ਜੀ ਬੋਲੇ, ਇਮ ਚਾਹਤ ਚਰਨਨ ਲਗਵਿਓ। ਕਹਿੰਦੇ ਮੈਂ ਤਾਂ ਹੀ ਕਿਹਾ ਸੀ ਵੀ ਪੈਰ ਫੜ ਲਓ ਮੇਰਾ, ਵੀ ਪੈਰ ਚੁੱਕ ਕੇ ਵੇਖ ਲਓ। ਮੈਂ ਤਾਂ ਹੀ ਕਹਿੰਦਾ ਸੀ ਤੁਹਾਨੂੰ, ਤੁਸੀਂ ਆਪ ਆ ਕੇ ਕਿਹਾ ਵੀ ਅਸੀਂ ਤਾਂ ਦਸਤ ਪੰਜਾ ਕਰਨਾ। ਭਾਈ ਸਾਹਿਬ ਕਹਿੰਦੇ ਮੈਂ ਤਾਂ ਹੀ ਕਿਹਾ ਸੀ ਵੀ ਤੁਸੀਂ ਮੇਰਾ ਚਰਨ ਫੜੋ ਤੇ ਇਹਨੂੰ ਹਿਲਾਓ, ਜੇ ਤੁਹਾਡੇ ਕੋਲੋਂ ਹੱਲਦਾ। ਜੋ ਉਠ ਗੋ ਨਹੀਂ ਤੋ ਮਰੇ ਤੋ ਨਾਈ। ਘਟੋ ਘੱਟ ਪੈਰ ਚਕੀਂਦਾ ਨਾ ਤੁਹਾਡੇ ਕੋਲੋਂ, ਏਦਾਂ ਮਰਦਾ ਤਾਂ ਨਾ ਤੂੰ, ਏਦਾਂ ਤੜਫਦਾ ਤਾਂ ਨਾ, ਹੱਥ ਤੜਾ ਕੇ ਬਹਿ ਗਿਆ। ਭਾਈ ਬਾਗੜ ਸਿੰਘ ਜੀ ਕਹਿੰਦੇ ਜੇ ਪੈਰ ਨਾ ਹਿੱਲਦਾ, ਘਟੋ ਘੱਟ ਤੁਹਾਡੀ ਜਾਨ ਤਾਂ ਬਚੀ ਰਹਿੰਦੀ ਹੈ, ਸਰੀਰ ਤਾਂ ਬਚਿਆ ਰਹਿੰਦਾ। ਹੁਣ ਹੱਥ ਤੜਾ ਕੇ ਬਹਿ ਗਿਆ। ਚਰਨ ਛੂਹੇ ਕਰ ਜੀਵ ਤੋ ਜਾਈ। ਇਹ ਚਰਨ ਛੂ ਲੈਂਦਾ, ਤੁਸੀਂ ਆਪ ਹੀ ਕਹਿ ਦਿੱਤਾ ਵੀ ਸਾਨੂੰ ਪੈਰੀ ਪਾਉਣਾ। ਮੈਂ ਤਾਂ ਹੀ ਕਿਹਾ ਸੀ ਵੀ ਤੁਹਾਡੇ ਕੋਲੋਂ ਮੇਰੇ ਹੱਥ ਦੀ ਮਾਰ ਨਹੀਂ ਝੱਲ ਹੋਣੀ, ਚਰਨ ਹੀ ਹਿਲਾ ਲਓ। ਤੇ ਜੇ ਚਰਨ ਫੜਦਾ ਤੇ ਸਾਬਤ ਸੂਰਤ ਜਾਂਦਾ ਘਰ, ਯਾਨੀ ਕਿ ਹੱਥ ਪੈਰ ਵਗੈਰਾ ਇਹ ਸਾਬਤ ਲੈ ਕੇ ਘਰੇ ਮੁੜਦਾ। ਪ੍ਰਥਮੇ ਏਕ ਲਗੋ ਚਰਨ ਆਨ। ਕਹਿੰਦੇ ਹੁਣ ਕੋਈ ਆਏ ਹੋਰ ਕਿਸੇ ਦੂਜੇ ਨੇ ਕਰਨਾ ਦਸਤ ਪੰਜਾ। ਹੁਣ ਬਾਕੀ ਚਾਰੇ ਕਹਿੰਦੇ ਜੀ ਨਹੀਂ, ਅਸੀਂ ਆ ਕੇ ਪੈਰ ਹੀ ਚੁੱਕਾਂਗੇ ਤੁਹਾਡਾ। ਉਹ ਕਹਿੰਦੇ ਮੈਂ ਤਾਂ ਪਹਿਲੋਂ ਕਿਹਾ ਸੀ। ਉਹ ਤਾਂ ਜਿਹਦਾ ਹੱਥ ਟੁੱਟਾ ਉਹ ਤਾਂ ਪਾਸੇ ਜਾ ਹੋ ਕੇ ਬਹਿ ਗਿਆ। ਭਾਈ ਬਾਗੜ ਸਿੰਘ ਜੀ ਕਹਿੰਦੇ ਵੀ ਪਹਿਲਾਂ ਇੱਕ ਜਣਾ ਆਓ, ਫਿਰ ਦੂਜਾ, ਤੀਜਾ, ਚਾਰੇ ਆ ਜਾਓ। ਚਾਰੇ ਆ ਕੇ ਸਾਡਾ ਚਰਨ ਪੁੱਟੋ ਜ਼ਮੀਨ ਤੋਂ, ਜੇ ਤੁਹਾਡੇ ਕੋਲੋਂ ਚੁੱਕ ਹੁੰਦਾ। ਫਿਰ ਦੂਏ ਤੀਏ ਲਾਇਓ ਤਾਨ। ਕਹਿੰਦੇ ਸੁਣ ਕੇ ਪਹਿਲਾਂ ਇੱਕ ਪਹਾੜੀਆ ਆਇਆ, ਉਹਨੇ ਫੜਿਆ ਪੈਰ ਜ਼ੋਰ ਨਾਲ ਗਿੱਟੇ ਦੇ ਕੋਲੋਂ, ਚੁੱਕਦਾ ਉਤਾਂ ਨੂੰ। ਭਾਈ ਬਾਗੜ ਸਿੰਘ ਦਾ ਪੈਰ ਏਦਾਂ ਵਿੱਚ ਜ਼ਮੀਨ 'ਚ ਜੰਮਿਆ ਵੀ ਹਿੱਲਦਾ ਤੱਕ ਨਹੀਂ। ਫਿਰ ਦੂਜਾ ਆ ਗਿਆ, ਤੀਜਾ ਆ ਗਿਆ ਪਹਾੜੀਆ, ਚੌਥਾ ਆ ਗਿਆ, ਚਾਰੇ ਆ ਗਏ ਰਲ ਕੇ। ਫਿਰ ਚੌਥੋ ਉੱਠ ਲਿਓ ਬੁਲਾਏ। ਚੌਥੇ ਨੂੰ ਵੀ ਸੱਦ ਲਿਆ। ਭਾਈ ਬਾਗੜ ਸਿੰਘ ਕਹਿੰਦੇ ਤੂੰ ਵੀ ਆ ਜਾ। ਚਾਰਾਂ ਨੇ ਜਦੋਂ ਰਲ ਕੇ ਵੀ ਪੈਰ ਚੁੱਕਿਆ, ਭਾਈ ਬਾਗੜ ਸਿੰਘ ਦਾ ਪੈਰ ਜ਼ਮੀਨ ਤੋਂ ਹਿਲਾ ਨਹੀਂ ਸਕੇ। ਹਾਂਜੀ, ਪੰਜਵੋਂ ਬਇਓ ਹੁਤ ਹੱਥ ਤੁੜਾਏ। ਜਿਹੜਾ ਪੰਜਵਾਂ ਸੀ ਉਹ ਤਾਂ ਪਹਿਲਾਂ ਹੀ ਹੱਥ ਤੁੜਾ ਕੇ ਬੈਠਾ ਸੀ। ਉਹਨੂੰ ਵੀ ਇਸ਼ਾਰਾ ਕੀਤਾ ਵੀ ਦੂਜੇ ਹੱਥ ਨਾਲ ਲਾਣਾ ਤੇ ਤੂੰ ਵੀ ਆ ਜਾ ਤਾਣ। ਉਹ ਦੂਰੋਂ ਹੀ ਬੈਠਾ, ਕਹਿੰਦਾ ਜੀ ਆ ਜਿਹੜਾ ਪਹਿਲਾ ਬਚਿਆ
ਇਹ ਹੁਣ ਰਹਿਣ ਦਿਓ। ਹਾਂਜੀ। ਦੋਹਰਾ ਜਿਮ ਜਿਮ ਕੁਮ ਚੁਮ ਚੁੱਕ ਚੁਕੇ ਤਿਮ ਤਿਮ ਡੂੰਗ ਗੜਾਏ। ਘੁੰਮ ਘੁੰਮ ਕੇ ਨਾ ਕਦੇ ਸੱਜਿਓਂ ਕਦੇ ਖੱਬਿਓਂ ਚਾਰੇ ਜਣੇ ਜਿਉਂ ਪੈਰ ਚੁੱਕਦੇ ਆ, ਜਿਵੇਂ ਜਿਵੇਂ ਘੁੰਮ ਘੁੰਮ ਕੇ ਚੁੱਕਣਾ ਚਾਹੁੰਦੇ ਆ, ਭਾਈ ਬਾਗੜ ਸਿੰਘ ਦਾ ਪੈਰ ਜ਼ਮੀਨ 'ਚ ਤਿਵੇਂ ਤਿਵੇਂ ਹੋਰ ਥੱਲੇ ਧੱਸਦਾ ਜਾਂਦਾ। ਉਹ ਉੱਤੇ ਨੂੰ ਚੁੱਕਣਾ ਚਾਹੁੰਦੇ ਆ, ਭਾਈ ਸਾਹਿਬ ਜੀ ਦਾ ਪੈਰ ਭਾਈ ਬਾਗੜ ਸਿੰਘ ਦਾ ਉਹ ਜ਼ਮੀਨ ਵਿੱਚ ਹੋਰ ਧੱਸਦਾ ਜਾਂਦਾ। ਜੈਸੇ ਅੰਗਦ ਪਦ ਪਇਓ ਗਾਡ ਸੁਲੰਕਾ ਮਾਏ। ਕਹਿੰਦੇ ਉਹੀ ਗੱਲ ਹੋਈ ਜਿਵੇਂ ਲੰਕਾ ਦੇ ਵਿੱਚ ਰਾਵਣ ਦੀ ਸਭਾ 'ਚ ਅੰਗਦ ਦਾ ਪੈਰ ਗੱਡਿਆ ਗਿਆ ਸੀ ਨਾ, ਤੇ ਵੱਡੇ ਵੱਡੇ ਮੇਘਨਾਦ ਵਰਗੇ ਦੂਤ ਵੀ ਜਿਹੜੇ ਸਨ ਉਹ ਆ ਕੇ ਉਹਦਾ ਪੈਰ ਨਹੀਂ ਸਨ ਹਿਲਾ ਸਕੇ। ਉਹੀ ਗੱਲ ਅੱਜ ਇੱਥੇ ਹੋਈ ਹੈ। ਚੋਪਈ ਤੋ ਬਾਗੜ ਸਿੰਘ ਐਸੇ ਉਚਾਰਾ। ਫਿਰ ਭਾਈ ਬਾਗੜ ਸਿੰਘ ਜੀ ਬੋਲੇ, ਸਭ ਚੱਲ ਆਵੋ ਤੁਮ ਬਲ ਸਾਰਾ। ਉਹ ਚਾਰੇ ਸਾਹੂ ਸਾਹ ਹੋਏ, ਹੰਬੇ ਪਏ, ਪੈਰ ਕਿੱਥੇ ਹਿੱਲੇ। ਫਿਰ ਜਿਹੜੇ ਪਿੱਛੇ ਖੜੇ ਸੀ ਨਾ 500, ਉਹਨਾਂ ਨੂੰ ਕਹਿੰਦੇ ਆ ਜਾਓ, ਤੁਸੀਂ ਸਾਰੇ ਆ ਜਾਓ, ਸਾਰੇ ਰਲ ਕੇ ਚੁੱਕ ਲਓ ਜੇ ਚੱਕ ਹੁੰਦਾ। ਜਦੋਂ ਏਦਾਂ ਭਾਈ ਬਾਗੜ ਸਿੰਘ ਨੇ ਆਵਾਜ਼ ਮਾਰੀ, ਹੋਏ ਸ਼ਰਮਿੰਦੇ ਸੋ ਮੁੜ ਗਏ ਡੇਰੇ। ਹੁਣ ਬੜੇ ਸ਼ਰਮਿੰਦਾ ਹੋਏ ਵੀ ਚਾਰਾਂ ਜਣਿਆਂ ਕੋਲੋਂ ਨਹੀਂ ਪੈਰ ਹੱਲਿਆ, ਤੇ ਸ਼ਰਮਸਾਰ ਹੋਏ ਵੀ ਤੁਸੀਂ ਵੀ ਆ ਜਾਓ ਜਿਹੜੇ ਪਿੱਛੇ ਖੜੇ ਹੋ। ਉਹ ਹੁਣ ਉੱਥੋਂ ਸਾਰੇ ਵਾਪਸ ਮੁੜ ਗਏ, ਸ਼ਰਮਸਾਰ ਹੋ ਕੇ, ਸ਼ਰਮਿੰਦੇ ਹੋ ਕੇ ਵਾਪਸ ਪਰਤ ਗਏ। ਭੱਜੇ ਇਮ ਜਿਮ ਛੁੱਟ ਅੱਜ ਸ਼ੇਰੇ। ਕਹਿੰਦੇ ਏਦਾਂ ਭੱਜੇ ਜਿਵੇਂ ਕੋਈ ਬੱਕਰਾ ਸ਼ੇਰ ਦੇ ਕਾਬੂ ਆਇਆ ਹੋਵੇ ਤੇ ਛੜੀ ਕੇ ਨਹੀਂ ਨੱਠਦਾ। ਏਦਾਂ ਭੱਜਿਓ ਜਿਹੜੇ ਚਾਰੇ ਸੀ ਉਹ ਵੀ, ਜਿਹਦਾ ਹੱਥ ਟੁੱਟਿਆ ਸੀ ਉਹ ਵੀ, 500 ਜਿਹੜੇ ਹੋਰ ਆਏ ਸਨ ਨਾਲ ਉਹ ਵੀ, ਸਾਰੇ ਭੱਜ ਗਏ ਵਾਪਸ। ਔਰ ਬਚਨ ਬੰਦੇ ਫੁਰਮਾਇਆ। ਹੁਣ ਉਹ ਵਕੀਲ ਉੱਥੇ ਹੀ ਬੈਠੇ ਨੇ ਪਹਾੜੀਆਂ ਦੇ। ਬਾਬਾ ਬੰਦਾ ਸਿੰਘ ਜੀ ਫਿਰ ਬੋਲੇ, ਔਰ ਬਾਤ ਕੋ ਲਿਓ ਪਰਤਾਇਆ। ਉਹ ਕਹਿੰਦੇ ਵੀ ਚਲੋ ਇੱਕ ਮੌਕਾ ਤੁਹਾਨੂੰ ਦਿੱਤਾ, ਇੱਕ ਹੋਰ ਦੇ ਦਈਏ। ਵਕੀਲਾਂ ਨੂੰ ਕਹਿੰਦੇ ਇੱਕ ਮੌਕਾ ਤੁਹਾਨੂੰ ਹੋਰ ਪਰਤਿਆ ਕੇ ਵੇਖ ਲਓ, ਤੁਹਾਨੂੰ ਦੇ ਦਿੰਨੇ ਆ। ਹਮ ਅਬ ਦੇਤੇ ਹੈ ਧਜਾ ਗੜਾਈ। ਬਾਬਾ ਜੀ ਕਹਿੰਦੇ ਮੈਂ ਹੁਣ ਇੱਕ ਨਿਸ਼ਾਨ ਸਾਹਿਬ ਗੱਡ ਦਿੰਨਾ ਇੱਥੇ ਨੇੜੇ। ਨਿਸ਼ਾਨ ਸਾਹਿਬ ਧਜਾ ਕਹਿੰਦੇ ਨੇ ਨਿਸ਼ਾਨ ਨੂੰ। ਇੱਕ ਨਿਸ਼ਾਨ ਸਾਹਿਬ ਜਿਹੜਾ ਉਹ ਮੈਂ ਗੱਡ ਦਿਆਂਗੇ ਅਸੀਂ ਇਸ ਜਗ੍ਹਾ ਤੇ। ਤੁਮ ਬਲ ਕਰ ਸਭ ਦਿਓ ਗਿਰਾਈ। ਤੁਸੀਂ ਆ ਜਾਓ ਸਾਰੇ ਪਹਾੜੀਏ ਰਲ ਕੇ ਤੇ ਬਲ ਲਾ ਕੇ ਉਹ ਨਿਸ਼ਾਨ ਸਾਹਿਬ ਪੁੱਟੋ, ਜੇ ਤੁਹਾਡੇ ਕੋਲੋਂ ਪੱਟ ਹੁੰਦਾ। ਸਾਰੇ ਆ ਜਾਓ, ਆ ਕੇ ਉਸ ਨਿਸ਼ਾਨ ਸਾਹਿਬ ਨੂੰ ਪੁੱਟ ਕੇ ਡੇਗਣ ਦਾ ਯਤਨ ਕਰੋ। ਸੋ ਬਾਤੋਂ ਯੋ ਮਨ ਕਈ। ਤੇ ਅਸੀਂ ਨਹੀਂ ਹੋਵਾਂਗੇ ਕੋਲ, ਕੱਲਾ ਨਿਸ਼ਾਨ ਸਾਹਿਬ ਹੋਵੇਗਾ। ਜੇ ਤੁਸੀਂ ਉਹ ਨਿਸ਼ਾਨ ਸਾਹਿਬ ਪੁੱਟ ਦਿੱਤਾ ਤਾਂ ਵੀ ਅਸੀਂ ਇਹ ਛੱਡ ਕੇ ਪਹਾੜ ਚਲੇ ਜਾਵਾਂਗੇ। ਵਕੀਲ ਕਹਿੰਦੇ ਜੀ ਇਹ ਵੀ ਠੀਕ ਹੈ, ਇਹ ਵੀ ਸੌਖਾ ਕੰਮ ਹੈ। ਉਹਨਾਂ ਨੇ ਗੱਲ ਮੰਨ ਲਈ। ਸੋਚਈਏ ਦੂਰ ਤੁਮ ਡੇਰਿਓ ਗੜਵਈ। ਪਰ ਉਹਨਾਂ ਆਖਿਆ ਬਾਬਾ ਜੀ ਜਿਹੜਾ ਉਹ ਨਿਸ਼ਾਨ ਸਾਹਿਬ ਹੈ ਨਾ, ਤੁਸੀਂ ਆਪਣੇ ਡੇਰੇ ਤੋਂ ਦੂਰ ਲਾਇਓ, ਵੀ ਜਿੱਥੇ ਤੁਸੀਂ ਆਵੋ ਨਾ, ਕੱਲਾ ਹੋਵੇ ਨਿਸ਼ਾਨ ਸਾਹਿਬ। ਇਹ ਨਹੀਂ ਵੀ ਇੱਥੇ ਤੁਹਾਡੇ ਕੋਲ ਆ ਕੇ ਅਸੀਂ ਨਿਸ਼ਾਨ ਸਾਹਿਬ ਪੁੱਟਣ ਲੱਗੀਏ ਤੇ ਉਧਰੋਂ ਤੁਹਾਡੀਆਂ ਫੌਜਾਂ ਆ ਕੇ ਝੜਕ ਦੇਣ ਸਾਨੂੰ। ਇਸ ਕਰਕੇ ਥੋੜਾ ਜਿਹਾ ਆਪਣੇ ਡੇਰੇ ਤੋਂ ਦੂਰ ਲਵਾਇਓ, ਕੱਲਾ ਜਿਹਾ ਹੋਵੇ ਨਿਸ਼ਾਨ ਸਾਹਿਬ, ਉੱਥੇ ਅਸੀਂ ਆਵਾਂਗੇ, ਆਪਣਾ ਜ਼ੋਰ ਲਾਵਾਂਗੇ। ਤੋ ਸਭ ਰਾਜੇ ਹਮ ਦੇਖਨ ਆਏ। ਜੇ ਦੂਰ ਲਾਓਗੇ ਨਿਸ਼ਾਨ ਤੇ ਸਾਡੇ ਰਾਜੇ ਵੀ ਆ ਜਾਣਗੇ। ਜੇ ਇੱਥੇ ਨੇੜੇ ਲਾਓਗੇ ਫਿਰ ਸਾਡੇ ਰਾਜਿਆਂ ਨੇ ਨਹੀਂ ਆਉਣਾ। ਦੂਰ ਲਾਓਗੇ ਤੇ ਸਾਡੇ ਰਾਜੇ ਵੀ ਆ ਕੇ ਵੇਖ ਲੈਣਗੇ, ਉਹ ਵੀ ਆ ਕੇ ਅਜਮਾ ਲੈਣਗੇ ਆਪਣਾ ਤਾਣ। ਸੱਚ ਝੂਠ ਤੁਮ ਲਿਓ ਪਰਤਾਏ। ਉਸ ਸੱਚ ਤੇ ਝੂਠ ਨੂੰ ਤੁਸੀਂ ਪਤਿਆ ਕੇ ਅਜਮਾ ਕੇ ਵੇਖ ਲਿਓ। ਫਿਰ ਬੰਦੇ ਜੀ ਐਸੇ ਉਚਾਰੀ। ਬਾਬਾ ਬੰਦਾ ਸਿੰਘ ਜੀ ਫਿਰ ਅੱਗੋਂ ਬੋਲੇ, ਵਕੀਲਾਂ ਨੂੰ ਕਹਿਣ ਲੱਗੇ, ਤੁਮ ਆਓ ਸਭ ਲੈ ਤਲਵਾਰੀ। ਕਹਿਣ ਲੱਗੇ ਵਕੀਲੋ ਇਹ ਗੱਲ ਸੁਣੋ, ਤੁਸੀਂ ਤਲਵਾਰਾਂ ਵੀ ਲੈ ਆਇਓ ਨਾਲ, ਸ਼ਸਤਰਧਾਰੀ ਹੋ ਕੇ ਆਇਓ। ਜੇਕਰ ਤੁਮ ਤੇ ਪਟੀ ਨਾ ਜਾਏ। ਪਹਿਲਾਂ ਤਾਂ ਤੁਸੀਂ ਨਿਸ਼ਾਨ ਸਾਹਿਬ ਪੁੱਟ ਕੇ ਵੇਖਿਓ, ਜੇ ਤੁਹਾਡੇ ਕੋਲੋਂ ਪੁੱਟ ਹੋ ਜਾਏ, ਤੇ ਜੇ ਤੁਹਾਡੇ ਕੋਲੋਂ ਨਿਸ਼ਾਨ ਨਾ ਪੁੱਟ ਹੋਇਆ, ਉਸ ਕੋ ਤੇਗਨ ਸਿਉ ਸੁਟੇ ਕਟਾਏ। ਕਿਉਂਕਿ ਉਹਨਾਂ ਸਮਿਆਂ 'ਚ ਨਿਸ਼ਾਨ ਸਾਹਿਬ ਲੱਕੜ ਦੀ ਛੜ ਵਾਲੇ ਹੀ ਹੁੰਦੇ ਸੀ। ਕਹਿੰਦੇ ਤਲਵਾਰਾਂ ਨਾਲ ਜਾਂ ਕੁਹਾੜਿਆਂ ਨਾਲ ਵੱਢ ਕੇ ਵੇਖ ਲਿਓ, ਵੀ ਉਦਾਂ ਜੇ ਵੱਢ ਹੋ ਜੇ ਤਾਂ ਵੱਢ ਲਿਓ। ਦੋਹਰਾ ਜੋ ਤੁਮ ਪਟ ਸਭ ਨੇ ਸਕੋ
ਤੋ ਇੱਕ ਤੋ ਕੱਟ ਦਿਓ ਲਾਸ਼। ਕਹਿੰਦੇ ਚਲੋ ਹੋਰ ਇੱਕ ਤੁਹਾਨੂੰ ਹੋਰ ਢਿੱਲ ਦੇ ਦਿੰਨੇ ਆ। ਬਾਬਾ ਜੀ ਕਹਿੰਦੇ, ਬਾਬਾ ਬੰਦਾ ਸਿੰਘ ਜੀ ਕਹਿੰਦੇ ਜੇ ਨਿਸ਼ਾਨ ਸਾਹਿਬ ਤੁਹਾਡੇ ਕੋਲੋਂ ਨਾ ਪੁੱਟ ਹੋਇਆ ਤੇ ਨਿਸ਼ਾਨ ਸਾਹਿਬ ਨੂੰ ਰੱਸਿਆਂ ਨਾਲ ਬੰਨਿਆ ਹੁੰਦਾ ਨਾ, ਅੱਜ ਕੱਲ ਤਾਂ ਚਲੋ ਲੋਹੇ ਦੀਆਂ ਉਹਨਾਂ ਸਮਿਆਂ 'ਚ ਰੱਸਿਆਂ ਦੇ ਨਾਲ ਉਹ ਛੜਾਂ ਬੰਨੀਆਂ ਜਾਂਦੀਆਂ ਸੀ। ਕਹਿੰਦੇ ਵੀ 3 ਰੱਸੇ ਤਿੰਨਾਂ ਪਾਸੇ ਲਾਏ ਜਾਂਦੇ ਸਨ ਨਿਸ਼ਾਨ ਸਾਹਿਬ ਨੂੰ। ਕਹਿੰਦੇ ਵੀ ਉਹਨਾਂ 3 ਰੱਸਿਆਂ 'ਚ ਇੱਕ ਰੱਸਾ ਹੀ ਵੱਢ ਦਿਓ ਤਲਵਾਰ ਨਾਲ। ਜੇ ਇੱਕ ਰੱਸਾ ਵੀ ਤੁਸੀਂ ਵੱਢ ਦਿੱਤਾ, ਲਾਸ਼ ਕਹਿੰਦੇ ਆ ਰੱਸੇ ਨੂੰ, ਇੱਕ ਰੱਸਾ ਵੀ ਤੁਸੀਂ ਕੱਟ ਦਿੱਤਾ ਤੇ ਤਾਂ ਵੀ ਅਸੀਂ ਇੱਥੋਂ ਪਿੱਛੇ ਚਲਾ ਜਾਵਾਂਗੇ, ਤੁਹਾਡੀਆਂ ਪਹਾੜੀ ਰਿਆਸਤਾਂ ਵਿੱਚ ਨਹੀਂ ਆਵਾਂਗੇ। ਪਰ ਧਿਆਨ ਨਿਜੇ ਸਿਰ ਵੱਲ ਕਰਿਓ, ਮਤ ਤੁਮਰੇ ਸਿਰ ਹੋਏ ਨਾਸ਼। ਨਾਲ ਬਾਬਾ ਜੀ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਜਦੋਂ ਤਲਵਾਰ ਮਾਰੋਗੇ ਨਾ ਨਿਸ਼ਾਨ ਸਾਹਿਬ ਦੇ ਰੱਸਿਆਂ ਨੂੰ ਵੱਢਣ ਵਾਸਤੇ, ਕਹਿੰਦੇ ਇਹ ਧਿਆਨ ਰੱਖਿਓ ਵੀ ਜਿਹੜੀ ਤਲਵਾਰ ਤੁਸੀਂ ਰੱਸੇ ਨੂੰ ਮਾਰੋਗੇ ਕਿਤੇ ਤੁਹਾਡੀ ਗਰਦਨ ਨੂੰ ਨਾ ਆ ਕੇ ਪੈ ਜੇ, ਵੀ ਰੱਸਾ ਵੱਢਣ ਦੀ ਬਜਾਏ ਤੁਹਾਡੀਆਂ ਗਰਦਨਾਂ ਵੱਢੀਆਂ ਜਾਣ। ਇਹ ਮਾੜਾ ਜਿਹਾ ਖਿਆਲ ਰੱਖਿਓ। ਬਾਬਾ ਜੀ ਦੇ ਨਾਲ ਇਹ ਵੀ ਕਹਿ ਦਿੱਤਾ ਵੀ ਕਿਤੇ ਇਦਾਂ ਨਾ ਸਮਝ ਲਿਓ ਉਸ ਨਿਸ਼ਾਨ ਸਾਹਿਬ ਨਾਲ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ ਵੀ ਹਾਜ਼ਰ ਹੋਣੀਆਂ ਨੇ। ਇਸ ਕਰਕੇ ਕਹਿੰਦੇ ਭਾਈ ਜਦੋਂ ਰੱਸਾ ਵੱਢਣ ਲੱਗੋਗੇ ਨਾ ਤਲਵਾਰ ਨਾਲ, ਉਦੋਂ ਆਪਣੇ ਸਿਰਾਂ ਦਾ ਖਿਆਲ ਜ਼ਰੂਰ ਰੱਖਿਓ, ਕਿਉਂਕਿ ਹੋ ਸਕਦਾ ਵੀ ਰੱਸੇ ਨੂੰ ਜਦੋਂ ਤਲਵਾਰ ਮਾਰੋ ਤੇ ਉਹ ਤੁਹਾਡੀਆਂ ਗਰਦਨਾਂ ਤੇ ਆ ਪਵੇ। ਜੋ ਪਈ ਤਬ ਜਾਏ ਵਕੀਲਨ ਨ੍ਰਿਪਨ ਸੁਨਾਈ। ਇਹ ਸੁਣ ਕੇ ਜਿੰਨੇ ਵਕੀਲ ਸਨ ਜਾ ਕੇ ਪਹਾੜੀ ਰਾਜਿਆਂ ਕੋਲ ਪਹੁੰਚੇ, ਉਹਨਾਂ ਨੂੰ ਗੱਲਬਾਤ ਸੁਣਾਈ। ਇਤ ਘਲ ਬੰਦੇ ਤਜਾ ਗਡਾਈ। ਇਧਰ ਬਾਬਾ ਜੀ ਨੇ ਨਿਸ਼ਾਨ ਸਾਹਿਬ ਆਪਣੇ ਡੇਰੇ ਤੋਂ ਵਾਹਵਾ ਦੂਰ, ਜਿੱਥੇ ਉਹ ਕਹਿ ਗਏ ਸਨ ਪਹਾੜੀਏ, ਆਪਣੇ ਡੇਰੇ ਤੋਂ ਜਿੱਥੇ ਖਾਲਸੇ ਦਾ ਪੜਾਅ ਸੀ ਉੱਥੋਂ ਕੁਝ ਦੂਰੀ ਤੇ ਨਿਸ਼ਾਨ ਸਾਹਿਬ ਗੜਾ ਦਿੱਤਾ। ਸੋ ਸੁਨ ਰਾਜੇ ਅਚੰਬਤ ਪਏ। ਜਦੋਂ ਰਾਜਿਆਂ ਨੂੰ ਵਕੀਲਾਂ ਨੇ ਜਾ ਕੇ ਦੱਸਿਆ ਵੀ ਨਿਸ਼ਾਨ ਸਾਹਿਬ ਪੁੱਟਣਾ ਜਾਂ ਰੱਸਾ ਹੀ ਕੱਟਣਾ, ਉਹ ਬੜੇ ਹੈਰਾਨ ਹੋਏ ਵੀ ਇਹ ਕਿੱਡਾ ਔਖਾ ਕੰਮ ਹੈ, ਨਿਸ਼ਾਨ ਸਾਹਿਬ ਹੀ ਪੁੱਟਣਾ, ਛਾੜੀ ਹੋਵੇਗੀ ਨਾ ਇੱਕ ਲੱਕੜ ਦੀ, ਜਾਂ ਰੱਸੀਆਂ ਹੀ ਕੱਟਣੀਆਂ ਨੇ, ਕੋਈ ਔਖਾ ਕੰਮ ਨਹੀਂ। ਪਰ ਉਹ ਜਿਵੇਂ ਕਹਿ ਰਹੇ ਨੇ ਬੜੀ ਹੈਰਾਨੀ ਹੋ ਰਹੀ ਹੈ ਪਹਾੜੀਆਂ ਨੂੰ ਸੁਣ ਕੇ। ਕਹੇ ਬੰਦੋ ਕਿਛ ਡਿੱਠ ਬੰਦ ਕਹੇ। ਕਈ ਕਹਿੰਦੇ ਵੀ ਬੰਦਾ ਜਿਹੜਾ ਨਾ ਇਹ ਨਜ਼ਰ ਬੰਨ ਲੈਂਦਾ, ਕਈ ਪਹਾੜੀਏ ਬੋਲੇ ਕਹਿੰਦੇ ਨਜ਼ਰ ਬੰਨ ਲੈਂਦਾ, ਡਿੱਠ ਬੰਦ, ਉਹ ਨਜ਼ਰ ਹੀ ਬੰਨ ਲੈਂਦਾ, ਹੋਰ ਦਾ ਹੋਰ ਹੀ ਵਿਖਾ ਦਿੰਦਾ, ਇਸ ਕਰਕੇ ਬੰਦਾ ਜਾਦੂਗਰ ਹੈ। ਦੇਵ ਦੇਵੀ ਨਿਜ ਲਗੇ ਮਨਾਵਨ। ਕਹਿੰਦੇ ਸੱਦੋ ਆਪਣੇ ਤੰਤਰ ਮੰਤਰ ਪੜਨ ਵਾਲੇ ਤਾਂਤਰਿਕ, ਬੁਲਾਏ ਸਾਰੇ ਤਾਂਤਰਿਕ ਪਖੰਡੀ ਦੰਭੀ ਆ ਗਏ ਇਕੱਠੇ ਹੋ ਕੇ ਪਹਾੜੀ ਰਾਜਿਆਂ ਕੋਲ। ਕਹਿੰਦੇ ਜੀ ਪੜੋ। ਉਹ ਲੱਗੇ ਫਿਰ ਆਪਣੇ ਜਿਹੜੇ ਤੰਤਰ ਮੰਤਰ ਸਨ ਉਹਨਾਂ ਨੂੰ ਮਨਾਉਣ। ਨਿਜ ਮੰਤਰਨ ਕੋ ਜਾਪ ਜਪਾਵਨ। ਜਿਹੜੇ ਜਿਹੜੇ ਤੰਤਰ ਮੰਤਰ ਉਹਨਾਂ ਨੂੰ ਆਉਂਦੇ ਸਨ ਉਹਨਾਂ ਦਾ ਜਾਪ ਜਪਾਉਣ ਲੱਗੇ ਪਹਾੜੀ ਰਾਜੇ। ਕਹੇ ਸਵਾ ਪੈਰੇ ਬਾਦੇ ਆਵੇ। ਪਹਾੜੀ ਰਾਜੇ ਉਹਨਾਂ ਨੂੰ ਕਹਿਣ ਵੀ ਆਪਾਂ ਚੱਲੀਏ ਹੁਣ, ਸਵੇਰ ਹੋ ਗਈ ਹੈ, ਨਿਸ਼ਾਨ ਸਾਹਿਬ ਤਾਂ ਉਹ ਲਾ ਗਏ ਨੇ। ਤੇ ਅੱਗੋਂ ਜਿਹੜੇ ਤਾਂਤਰਿਕ ਸਨ ਉਹ ਕਹਿੰਦੇ ਵੀ ਸਵਾ ਪੈਰ ਤੋਂ ਬਾਅਦ ਜਾਵਾਂਗੇ। ਹਾਂਜੀ। ਬੰਦੇ ਮੰਤਰਨ ਕੇ ਬਿਹੋਂ ਕਰਾਵੇ। ਰਾਜੇ ਕਹਿੰਦੇ ਉਹਨਾਂ ਤਾਂਤਰਿਕਾਂ ਨੂੰ ਵੀ ਹੋਣੇ ਕਿਉਂ ਨਹੀਂ ਜਾਂਦੇ, ਆਪਾਂ ਸਵਾ ਪੈਰ ਬਾਅਦ ਕਿਉਂ ਜਾਣਾ। ਉਹ ਕਹਿੰਦੇ ਵੀ ਜਿਹੜਾ ਬੰਦੇ ਨੇ, ਉਹ ਤਾਂਤਰਿਕ ਬੋਲੇ, ਕਹਿੰਦੇ ਜਿਹੜੇ ਬੰਦੇ ਨੇ ਉੱਥੇ ਮੰਤਰ ਪੜ੍ਹੇ ਨੇ ਨਾ ਉਹ ਸਵਾ ਪੈਰ ਤੋਂ ਬਾਅਦ ਬਾਸੀ ਹੋ ਜਾਣਗੇ, ਬਏ ਹੋ ਜਾਣਗੇ, ਤੇ ਸਾਡੇ ਤਾਜ਼ੇ ਤਾਜ਼ੇ ਮੰਤਰ ਉੱਥੇ ਕੰਮ ਕਰ ਜਾਣਗੇ। ਵੇਖੋ ਕਿਹੋ ਜਿਹੇ ਪਖੰਡ ਕਰਦੇ ਹੁੰਦੇ ਆ ਵੀ ਮੰਤਰ ਵੀ ਬਏ ਹੁੰਦੇ ਆ, ਬਾਸੀ ਹੁੰਦੇ ਆ ਤੇ ਤਾਜ਼ੇ ਹੁੰਦੇ ਆ। ਭਲਾ ਲੋਕਾਂ ਦੀ ਬਿਰਤੀ ਹੁੰਦੀ ਹੈ। ਉਹ ਕਹਿੰਦੇ ਵੀ ਹੁਣ ਚਲੋ ਉੱਥੋਂ ਲੰਘ ਗਿਆ ਮੰਤਰ ਤੋਂ, ਜਿਹਨੇ ਕੋਈ ਆ ਜਾਦੂ ਟੂਣਾ ਕੀਤਾ ਸੀ ਹੁਣ ਇਹਦਾ ਅਸਰ ਖਤਮ ਹੋ ਗਿਆ। ਕੋਈ ਕਹਿੰਦਾ ਮੈਂ ਪਾਣੀ ਪਾ ਦਿੱਤਾ ਹੁਣ ਇਹਦਾ ਅਸਰ ਖਤਮ ਹੋ ਗਿਆ, ਹੁਣ ਬਾਸੀ ਹੋ ਗਿਆ ਇਹ ਮੰਤਰ। ਇਹ ਲੋਕਾਂ ਦੀ ਸੁਭਾਅ ਹੁੰਦਾ, ਬਿਰਤੀਆਂ ਬਣੀਆਂ ਹੁੰਦੀਆਂ ਨੇ। ਇਹ ਕਹਿਣ ਲੱਗੇ ਵੀ ਉਹ ਜਿਹੜੇ ਮੰਤਰ ਬੰਦੇ ਨੇ ਪੜ੍ਹੇ ਨੇ ਨਾ ਉਹ ਬਏ ਹੋ ਜਾਣਗੇ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਮੰਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਪੜ੍ਹਦੇ ਨੇ ਨਾ ਉਹ ਮੰਤਰ ਤਾਂ ਸਦਾ ਹੀ ਨਵਾਂ ਰਹਿੰਦਾ। ਸਾਹਿਬ ਮੇਰਾ ਨੀਤ ਨਵਾਂ ਮੂਲ ਮੰਤਰ, ਇਹ ਕਦੇ ਬਾਸੀ ਨਹੀਂ ਹੁੰਦਾ, ਇਹ ਕਦੇ ਬਹਾ ਨਹੀਂ ਹੁੰਦਾ। ਇਹਦੀ ਸ਼ਕਤੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਗੁਰੂ ਬਾਬਾ ਜੀ ਨੇ ਜਦੋਂ ਉਚਾਰਨ ਕੀਤਾ, ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਸੁਲਤਾਨਪੁਰ ਸਾਹਿਬ ਉਚਾਰਿਆ ਨਾ ਸਤਿਗੁਰਾਂ ਨੇ, ਜਿੰਨੀ ਸ਼ਕਤੀ ਉੱਥੇ ਸੀ ਨਾ ਇਸ ਮੰਤਰ ਦੀ 500 ਸਵਾ 500 ਸਾਲ ਪਹਿਲਾਂ,
ਓਨੀ ਸ਼ਕਤੀ ਅੱਜ ਵੀ ਇਸ ਮੰਤਰ ਵਿੱਚ ਹੈ ਔਰ ਆਉਣ ਵਾਲੇ ਯੁਗਾਂ ਯੁਗਾਂ ਵਿੱਚ ਓਨੀ ਰਹੇਗੀ। ਸਤਿਗੁਰਾਂ ਨੇ ਜਿਹੜਾ ਸਾਨੂੰ ਮੰਤਰ ਦਿੱਤਾ, ਮੂਲ ਮੰਤਰ, ਗੁਰ ਮੰਤਰ, ਮਾਲਾ ਮੰਤਰ, ਗੁਰੂ ਖਾਲਸਾ ਜੀ ਇਹ ਸਦਾ ਹੀ ਨਵੇਂ ਨੇ। ਇਹ ਕਹਿਣ ਲੱਗੇ ਤਾਂਤਰਿਕ, ਕਹਿੰਦੇ ਜੀ ਅਸੀਂ ਸਵਾ ਪੈਰ ਬਾਅਦ ਜਾਵਾਂਗੇ, ਕਿਉਂਕਿ ਓਨੀ ਦੇਰ ਤਾਈਂ ਜਿਹੜੇ ਬੰਦੇ ਦੇ ਮੰਤਰ ਪੜ੍ਹੇ ਹੋਏ ਨੇ ਨਿਸ਼ਾਨ ਸਾਹਿਬ ਕੋਲ, ਉਹ ਬਹਿ ਹੋ ਜਾਣਗੇ, ਬਾਸੀ ਹੋ ਜਾਣਗੇ। ਕਹੀਂ ਪੁੱਟੇ ਹਮ ਕੱਲ ਕੋ ਆਣ। ਕੋਈ ਵਿੱਚੋਂ ਬੋਲਿਆ, ਉਹਨਾਂ ਨੂੰ ਸੁਨੇਹਾ ਭੇਜ ਦਿੱਤਾ ਬਾਬਾ ਬੰਦਾ ਸਿੰਘ ਹੋਣਾ ਨੂੰ ਵੀ ਅਸੀਂ ਕੱਲ ਨੂੰ ਆ ਕੇ ਨਾ ਉਹ ਨਿਸ਼ਾਨ ਸਾਹਿਬ ਪੁੱਟਾਂਗੇ। ਹੁਤੋ ਬੰਦੇ ਜੀ ਜਾਣੀ ਜਾਣ। ਬਾਬਾ ਜੀ ਨੂੰ ਪਤਾ ਸੀ ਵੀ ਹੁਣ ਇਹ ਕੀ ਕਰਨਾ ਚਾਹੁੰਦੇ ਆ ਪਹਾੜੀਏ। ਹਾਂਜੀ, ਤੁਸੀਂ ਰਾਤ ਲੁਕ ਕੇ ਪਟਿਓ ਚਾਓ। ਹੁਣ ਰਾਤ ਦੇ ਹਨੇਰੇ ਵਿੱਚ ਆ ਕੇ ਪੁੱਟਣਾ ਚਾਹੁੰਦੇ ਸੀ। ਬਾਬਾ ਜੀ ਨੇ ਕਹਿ ਦਿੱਤਾ, ਜਦੋਂ ਉਹਨਾਂ ਨੇ ਆਖਿਆ ਨਾ ਜੀ ਅਸੀਂ ਕੱਲ ਨੂੰ ਆ ਕੇ ਪੁੱਟਾਂਗੇ, ਉਹਨਾਂ ਦੀ ਸਕੀਮ ਸੀ ਵੀ ਰਾਤ ਨੂੰ ਹੀ ਜਾ ਕੇ ਪੁੱਟਾਵਾਂਗੇ। ਬਾਬਾ ਜੀ ਨੂੰ ਕਿਹਾ ਵੀ ਕੱਲ ਨੂੰ ਆਵਾਂਗੇ। ਬਾਬਾ ਜੀ ਨੂੰ ਹੁਣ ਪਤਾ ਸੀ, ਕਹਿਣ ਲੱਗੇ ਵੀ ਤੁਸੀਂ ਜੇ ਲੁਕ ਕੇ ਰਾਤ ਨੂੰ ਪੁੱਟਣਾ ਚਾਹੁੰਦੇ ਹੋ, ਹਮ ਤੁਮਕੋ ਦੇਉ ਇਹ ਪੀਰਾਓ। ਕਹਿੰਦੇ ਤੁਹਾਨੂੰ ਇਹ ਵੀ ਛੁੱਟੀ, ਰਾਤ ਨੂੰ ਹੀ ਪੁੱਟ ਲਓ ਆ ਕੇ। ਬਾਬਾ ਜੀ ਕਹਿੰਦੇ ਤੁਹਾਨੂੰ ਝੂਠ ਬੋਲਣ ਦੀ ਲੋੜ ਨਹੀਂ, ਜੇ ਤੁਸੀਂ ਰਾਤ ਨੂੰ ਪੁੱਟਣਾ ਚਾਹੁੰਦੇ ਹੋ ਨਿਸ਼ਾਨ ਸਾਹਿਬ ਆ ਕੇ, ਤਾਂ ਫਿਰ ਤੁਹਾਨੂੰ ਇਹ ਵੀ ਛੁੱਟੀ ਦਿੱਤੀ, ਰਾਤ ਨੂੰ ਹੀ ਤੁਸੀਂ ਆਪਣੀ ਇਹ ਕਰਤੂਤ ਕਰਕੇ ਵੇਖ ਲਓ। ਦੋਹਰਾ ਨਿਜ ਉਨ ਦੁਸ਼ਟ ਨਿਆਨ ਕਰ ਲਾਏ ਲਿਓ ਸਭ ਜੋਰ। ਬਾਬਾ ਜੀ ਦੀ ਕਲਾ ਵੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਸ। ਗੁਰੂ ਸਾਹਿਬ ਦੇ ਬਖਸ਼ੇ 5 ਤੀਰ ਸਨ। ਉਹ 5 ਤੀਰ ਨਹੀਂ, 5 ਵੀਰ ਸਨ ਜਿਹੜੇ ਬਾਬਾ ਜੀ ਦੇ ਨਾਲ ਸਾਹਿਬ ਨੇ ਬਖਸ਼ੇ ਨੇ। ਕਹਿੰਦੇ ਰਾਤ ਨੂੰ ਇਹਨਾਂ ਦੁਸ਼ਟਾਂ ਨੇ ਆ ਕੇ ਨਿਸ਼ਾਨ ਸਾਹਿਬ ਨੂੰ ਪੁੱਟਣ ਦਾ ਯਤਨ ਕੀਤਾ। ਹਾਂਜੀ, ਪਟ ਕੁੱਟ ਅਰ ਦਬ ਚੱਕ ਸਭ ਬਿਦ ਸਿਉਰੇ ਉਹ ਤੋੜ। ਪੱਟਦੇ ਨੇ, ਘੁੱਟ ਕੇ ਹਿਲਾਉਂਦੇ ਨੇ, ਦੱਬਦੇ ਨੇ, ਚੱਕਦੇ ਨੇ, ਸਾਰਾ ਤਾਣ ਲਾ ਹਟੇ, ਪਰ ਨਿਸ਼ਾਨ ਸਾਹਿਬ ਨੂੰ ਨਾ ਤੋੜ ਸਕੇ ਨਾ ਹਿਲਾ ਸਕੇ। ਚੋਪਈ ਲਾਸ ਕਟਨ ਇਤ ਦੇਖ ਚਲਾਈ। ਜਦੋਂ ਨਿਸ਼ਾਨ ਸਾਹਿਬ ਨਾ ਹਿੱਲਿਆ ਇਹਨਾਂ ਕੋਲੋਂ, ਹੁਣ ਕਹਿੰਦੇ ਰੱਸਾ ਹੀ ਕੱਟ ਕੇ ਵੇਖ ਲਈਏ। ਤਲਵਾਰ ਲੈ ਕੇ 2-4 ਜਣੇ ਗਏ, ਰੱਸੇ ਦੇ ਉੱਤੇ ਤਲਵਾਰ ਨੂੰ ਵਾਰ ਕਰਕੇ ਕੱਟਣ ਲੱਗੇ। ਸੋ ਤੇ ਗੋਨ ਗਲ ਫਲ ਆਈ। ਹੁਣ ਜਦੋਂ ਤਲਵਾਰ ਮਾਰਨ ਲੱਗੇ ਰੱਸੇ ਵੱਲ, ਉਲਟੀ ਇਹਨਾਂ ਦੀ ਆਪਣੀ ਗਰਦਨ ਵਾਲੇ ਪਾਸੇ ਨੂੰ ਆਵੇ। ਜਦੋਂ ਵਾਰ ਕਰਨਾ ਏਦਾਂ ਨਿਸ਼ਾਨ ਸਾਹਿਬ ਦੇ ਰੱਸੇ ਨੂੰ ਕੱਟਣ ਲਈ, ਉਹ ਰੱਸੇ ਵਾਲੇ ਪਾਸੇ ਜਾਣ ਦੀ ਬਜਾਏ ਉਹ ਫਲ ਜਿਹੜਾ ਸੀ ਤਲਵਾਰ ਦਾ, ਉਹ ਇਹਨਾਂ ਦੀ ਗਰਦਨਾਂ ਨੂੰ ਚੱਲ ਕੇ ਆਉਂਦਾ। ਸੋ ਮੋੜ ਉਹ ਮਿਆਨ ਕਰਾਏ। ਇੱਕ ਵਾਰੀ ਉਹਨਾਂ ਨੇ ਯਤਨ ਕੀਤਾ 2-2 ਵਾਰੀ ਮਾਰਨ ਦਾ, ਮੁੜ ਕੇ ਤਲਵਾਰਾਂ ਮਿਆਨਾਂ 'ਚ ਪਾ ਲੀਆਂ, ਬਾਹਰ ਵੀ ਨਹੀਂ ਕੱਢੀਆਂ ਰੱਖੀਆਂ ਵੀ ਕਿਤੇ ਆ ਹੀ ਨਾ ਜਾਣ ਗਰਦਨ ਵਾਲੇ ਪਾਸੇ। ਮੁੜ ਕੇ ਨਾਲ ਹੀ ਝੱਟ ਮਿਆਨਾਂ 'ਚ ਤਲਵਾਰਾਂ ਪਾ ਲਈਆਂ। ਕਰ ਨਮਸਕਾਰ ਹੋਏ ਦੂਰ ਖੜਾਏ। ਔਰ ਉਹ ਪਹਾੜੀਏ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਦੂਰ ਹੋ ਕੇ ਖਲੋ ਗਏ। ਉਹਨਾਂ ਵੀ ਮੱਥਾ ਟੇਕਿਆ ਵੀ ਇੰਨੀ ਬਰਕਤ ਹੈ ਇੱਥੇ, ਇੰਨੀ ਕਲਾ ਹੈ ਇੱਥੇ। ਉਹਨਾਂ ਨੇ ਵੀ ਮੱਥਾ ਟੇਕਿਆ ਨਿਸ਼ਾਨ ਸਾਹਿਬ ਨੂੰ ਤੇ ਮੱਥਾ ਟੇਕ ਕੇ ਦੂਰ ਹੋ ਕੇ ਖਲੋ ਗਏ। ਕਹੇ ਲਾ ਦੇਖੋ ਆਏ ਜੋਹਰ। ਜਿਹੜੇ ਪਹਿਲਾਂ ਲਾ ਹਟੇ ਜ਼ੋਰ, ਉਹ ਦੂਜਿਆਂ ਨੂੰ ਕਹਿੰਦੇ ਤੁਸੀਂ ਲਾ ਲਓ ਜ਼ੋਰ, ਅਸੀਂ ਤਾਂ ਨਹੀਂ ਨਿਸ਼ਾਨ ਸਾਹਿਬ ਵਾਲੇ ਪਾਸੇ ਮਾੜੀ ਬਿਰਤੀ ਰੱਖਦੇ। ਦੂਜਿਆਂ ਨੂੰ ਕਿਹਾ ਵੀ ਤੁਸੀਂ ਆਪਣਾ ਜ਼ੋਰ ਲਾ ਲਓ। ਰਹਿ ਨਾ ਜਾਵੇ ਕਿਸਮਤ ਜੋਰ। ਕਿਤੇ ਜਾ ਕੇ ਫਿਰ ਉੱਥੇ ਟਾਰਾ ਮਾਰਦੇ ਫਿਰੋ, ਜੇ ਅਸੀਂ ਹੁੰਦੇ ਤਾਂ ਪੁੱਟ ਦਿੰਦੇ। ਇਸ ਕਰਕੇ ਹੁਣ ਜਿਹੜਾ ਜ਼ੋਰ ਲਾਣਾ ਕਿਸੇ ਨੇ, ਉਹ ਆਪਣਾ ਜ਼ੋਰ ਲਾ ਲਵੋ। ਦੇਖ ਜਾਏ ਸਭ ਸ਼ਰਮਿੰਦੇ ਪਏ। ਸਾਰੇ ਗਏ, ਵੇਖ ਕੇ ਜਦੋਂ ਆਪਣਾ ਤਾਣ ਲਾਉਂਦੇ, ਜਦੋਂ ਮੂੰਹ ਜਾਂ ਮਿਊਸ ਜਾਂ ਬਣਾ ਕੇ ਵਾਪਸ ਮੁੜ ਆਉਂਦੇ, ਏਦਾਂ ਸ਼ਰਮਿੰਦਾ ਹੋਏ। ਨਾਰ ਨਿਵਾਏ ਨਾਰਿਨ ਜਿਮ ਤਏ। ਆਪਣੀਆਂ ਗਰਦਨਾਂ ਜੀਆਂ ਝੁਕਾ ਕੇ ਨਾ ਨਿਸ਼ਾਨ ਸਾਹਿਬ ਦੇ ਕੋਲੋਂ ਵਾਪਸ ਇਹ ਚਲੇ ਗਏ। ਦੋਹਰਾ ਜੈਸੇ ਦੁਆਰੇ ਜਨਕ ਕੇ ਭਇਓ ਤਨੁਕ ਅਤੀ ਠਾੜ। ਭਾਈ ਰਤਨ ਸਿੰਘ ਜੀ ਉਦਾਹਰਣ ਦਿੰਦੇ, ਕਹਿੰਦੇ ਰਾਜੇ ਜਨਕ ਨੇ ਸਵੰਬਰ ਰਚਿਆ ਸੀ ਸੀਤਾ ਦਾ। ਉਹਨੇ ਰੱਖਿਆ ਸੀ ਇੱਕ ਧਨਕ, ਵੀ ਇਸ ਧਨਕ ਨੂੰ ਚੁੱਕ ਕੇ ਜਿਹੜਾ ਇਹਦੇ ਤੇ ਤੰਦੀ ਚਾੜੇਗਾ, ਉਹਦੇ ਨਾਲ ਮੈਂ ਆਪਣੀ ਲੜਕੀ ਵਿਆਹਾਂਗਾ।
ਬੜੇ ਆਏ, ਬੜਿਆਂ ਨੇ ਤਾਣ ਲਾਇਆ, ਬੜਿਆਂ ਨੇ ਜ਼ੋਰ ਲਾਇਆ, ਪਰ ਕਿਸੇ ਕੋਲੋਂ ਤਨਕ ਹਿੱਲਿਆ ਤੱਕ ਵੀ ਨਹੀਂ ਸੀ। ਉਹਦੇ ਤੇ ਤੰਦੀ ਚਾੜ ਨਹੀਂ ਤਾਂ ਪਾਸੇ ਰਹੀ। ਚੱਕ ਥੱਕ ਸਭ ਰਾਜੇ ਨਠੇ, ਭਾਈ ਤਜਾ ਤਿਮ ਗਾੜ। ਇਸੇ ਤਰ੍ਹਾਂ ਨਿਸ਼ਾਨ ਸਾਹਿਬ ਵੀ ਇਸੇ ਤਰ੍ਹਾਂ ਹੀ ਗੱਡਿਆ ਹੋਇਆ ਜ਼ਮੀਨ ਦੇ ਵਿੱਚ ਧੁਜਾ। ਰਾਜਿਆਂ ਨੇ ਵੀ ਤਾਣ ਲਾਇਆ, ਉਹਨਾਂ ਦੇ ਸਿਪਾਹੀਆਂ ਨੇ ਵੀ ਜ਼ੋਰ ਲਾਇਆ, ਪਰ ਉਸ ਨਿਸ਼ਾਨ ਸਾਹਿਬ ਨੂੰ ਰੰਚਕ ਭਰ ਵੀ ਹਿਲਾ ਵੀ ਨਹੀਂ ਸਕੇ, ਟਸ ਤੋਂ ਮਸ ਵੀ ਨਹੀਂ ਕਰ ਸਕੇ। ਚੌਪਈ ਪੁਨ ਕਹਿਲੂਰ ਐਸ ਫੁਰਮਾਇਆ। ਫਿਰ ਰਾਜਾ ਕਹਿਲੂਰੀ ਬੋਲਿਆ, ਗੜਬੜ ਆਪਨ ਕਰੋ ਤਕੜਾਇਆ। ਚਲੋ ਕਿਲੇ ਵਿੱਚ ਜਾ ਕੇ ਆਪਣੇ ਕਿਲੇ 'ਚ ਤਕੜਾਈ ਕਰ ਲਓ, ਕਿਉਂਕਿ ਹੁਣ ਕੋਈ ਤਰੀਕਾ ਨਹੀਂ, ਹੁਣ ਤਾਂ ਸਿਰਫ ਇੱਕੋ ਤਰੀਕਾ ਲੜਨ ਵਾਲਾ। ਗੜ ਵਿੱਚ ਕਿਲੇ ਵਿੱਚ ਵੜ ਕੇ ਤਕੜਾਈ ਕਰੋ। ਜੇਤਕ ਫੌਜ ਵੜੇ ਲਿਓ ਵਾੜ। ਕਿੰਨੀਆਂ ਕੁ ਫੌਜਾਂ ਕਿਲੇ 'ਚ ਵੜ ਸਕਦੀਆਂ ਨੇ ਵਾੜ ਲਵੋ। ਔਰ 22 ਰਾਜਨ ਲਿਓ ਪਾਸ ਖਾੜ। ਹੋਰ ਜਿਹੜੇ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ ਉਹਨਾਂ ਨੂੰ ਵੀ ਸੱਦ ਲਵੋ, ਬੁਲਾ ਲਵੋ। ਦੋਹਰਾ ਹਾਥੀ ਖੜਾਇਓ ਕੰਸ ਜਿਮ, ਤਖਤੇ ਖੂਬ ਅੜਾਏ। ਇਹਨਾਂ ਨੇ ਕੀ ਕੀਤਾ ਵੀ ਜਿਹੜਾ ਦਰਵਾਜ਼ਾ ਸੀ ਨਾ ਵੱਡਾ ਕਿਲੇ ਦਾ, ਉਹਨੂੰ ਚੰਗੀ ਤਰ੍ਹਾਂ ਅੜਾ ਕੇ ਮਜ਼ਬੂਤੀ ਨਾਲ ਬੰਨ੍ਹ ਕੇ ਬਾਹਰ ਹਾਥੀ ਖੜੇ ਕਰ ਦਿੱਤੇ। ਉਹਨਾਂ ਨੂੰ 7 ਤਵੇ ਬੰਨ੍ਹ ਕੇ, ਜਿਵੇਂ ਖੂਨੀ ਹਾਥੀ ਆਇਆ ਸੀ ਨਾ ਆਨੰਦਪੁਰ ਸਾਹਿਬ ਜੰਗ 'ਚ ਲੋਹਗੜ੍ਹ ਕਿਲੇ 'ਚ, ਉਦਾਂ ਦੇ ਹਾਥੀ ਇਹਨਾਂ ਨੇ ਉਹ ਖੜੇ ਕਰ ਦਿੱਤੇ। ਬਾਗਨ ਸਿੰਘ ਇੱਕ ਤੀਰ ਸੋ ਦੇਵੇਂ ਸਭਨ ਗਿਰਾਏ। ਕਹਿੰਦੇ ਅੱਗੇ ਸੁਣੋਗੇ ਕਿ ਕਿਵੇਂ ਬਾਗੜ ਸਿੰਘ ਨੇ ਇੱਕੋ ਤੀਰ ਦੇ ਨਾਲ ਕਿਲੇ ਦਾ ਤਖਤਾ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਸੀ। ਉਹ ਹੁਣ ਤੁਹਾਨੂੰ ਸਰਵਣ ਕਰਾਵਾਂਗੇ। ਦੋਹਰਾ ਤੋ ਬੰਦੇ ਜੀ ਇਮ ਕਯੋ, ਮੰਡੀ ਵੱਲ ਵਜ਼ੀਰ ਬੁਲਾਏ। ਉਹ ਕਥਾ ਅੱਗੇ ਕਹਿੰਦੇ ਤੁਹਾਨੂੰ ਸੁਣਾਵਾਂਗੇ। ਹੁਣ ਇੱਕ ਵਿੱਚ ਹੋਰ ਵਚਨ ਆ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੰਡੀ ਦੇ ਰਾਜੇ ਦਾ ਵਜ਼ੀਰ ਸੀ, ਉੱਥੇ ਫਿਰਦਾ। ਮੰਡੀ ਦੇ ਰਾਜੇ ਦਾ ਨਾਂ ਸੀ ਰਾਜਾ ਸੁੱਧ ਸੈਨ। ਸਿੱਧ ਸੈਨ ਵੀ ਇਹਨੂੰ ਕਹਿੰਦੇ ਸਨ। ਇਹ ਗੁਰੂ ਕਲਗੀਧਰ ਦਾ ਸ਼ਰਧਾਲੂ ਰਾਜਾ ਸੀ। 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹਨੇ ਬੜੀ ਸੇਵਾ ਕੀਤੀ ਰਾਜੇ ਸਿੱਧ ਸੈਨ ਨੇ। ਜਦੋਂ ਗੁਰਦੇਵ ਜੀ ਰਵਾਲਸਰ ਸਾਹਿਬ ਵਾਲੇ ਮੁਕਾਮ ਤੇ ਗਏ ਨੇ ਤਾਂ ਉੱਥੇ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਬਕਾਇਦਾ ਪਾਲਕੀ ਲੈ ਕੇ ਰਵਾਲਸਰ ਸਾਹਿਬ ਤੋਂ ਪਾਲਕੀ 'ਚ ਸਜਾ ਕੇ ਸਤਿਗੁਰਾਂ ਨੂੰ ਲਿਆਇਆ। ਉਹ ਪਾਲਕੀ ਅੱਜ ਵੀ ਮੰਡੀ ਵਿੱਚ ਇਹਦੇ ਕਿਲੇ 'ਚ ਸੁਭਾਏਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਸੁੰਦਰ ਬਖਸ਼ਿਸ਼ਾਂ ਇਹਨੂੰ ਕੀਤੀਆਂ ਸਨ। ਆਪਣੀ ਸ਼੍ਰੀ ਸਾਹਿਬ ਰਾਜੇ ਮੰਡੀ ਨੂੰ ਪ੍ਰਦਾਨ ਕੀਤੀ ਸੀ ਔਰ ਵਰ ਦਿੱਤਾ ਸੀ। ਜਦੋਂ ਬੰਦੂਕ ਦੀ ਗੋਲੀ ਨਾਲ ਨਿਸ਼ਾਨਾ ਲਾਇਆ ਸੀ ਨਾ ਤੇ ਹਾਂਡੀ ਬਚ ਗਈ। ਪਾਤਸ਼ਾਹ ਆਖਿਆ, ਜੈਸੇ ਬਚੀਏ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ, ਜੋ ਇਸ ਕੋ ਲੂਟਾਂਗੇ ਅਸਮਾਨੀ ਗੋਲੇ ਛੂਟਾਂਗੇ। ਇਹ ਮਹਾਰਾਜ ਜੀ ਨੇ ਬਚਨ ਕਹੇ ਰਾਜੇ ਸਿੱਧ ਸੈਨ ਨੂੰ, ਜਿਹੜੇ ਉੱਥੇ ਸਾਰਥਕ ਹੋਏ। ਇਹ ਮਹਾਰਾਜ ਜੀ ਦਾ ਸ਼ਰਧਾਲੂ ਰਿਹਾ, ਸੇਵਾ ਕਰਦਾ ਰਿਹਾ। ਇੰਨੀ ਭਾਵਨਾ ਸੀ। ਨੇੜੇ ਤੇੜੇ ਜਿਹੜੇ ਇਹਦੇ ਕਿਲੇ ਸਨ, ਉਹਨਾਂ ਕਿਲਿਆਂ ਦੇ ਵਿੱਚ ਮਹਾਰਾਜ ਜੀ ਨੂੰ ਲੈ ਕੇ ਗਿਆ। ਆ 2-3 ਦਿਨ ਪਹਿਲਾਂ ਦਾਸ ਯਾਤਰਾ ਕਰਕੇ ਆਇਆ ਹੈ। ਕੁਝ ਸਥਾਨ ਰਵਾਲਸਰ ਸਾਹਿਬ ਤੋਂ ਕੁਝ ਦੂਰੀ ਤੇ ਇੱਕ ਕਿਲਾ ਕਮਲਾਗੜ੍ਹ ਹੈ, ਬੜਾ ਵਿਸ਼ਾਲ ਕਮਲਾਗੜ੍ਹ ਕਿਲਾ ਹੈ। ਉੱਥੇ ਸਤਿਗੁਰਾਂ ਨੂੰ ਲੈ ਕੇ ਗਿਆ ਤੇ ਬੜਾ ਵਿਸ਼ਾਲ ਕਿਲਾ ਵਿਖਾਇਆ ਤੇ ਸਿੰਘ ਕਹਿਣ ਲੱਗੇ, ਮਹਾਰਾਜ ਇਹ ਕਿਲਾ ਫਤਿਹ ਕਰਨਾ ਤਾਂ ਬੜਾ ਔਖਾ ਹੋਵੇਗਾ, ਇਹ ਤਾਂ ਉੱਚਾ ਬੜਾ, 1000 ਪੌੜੀ ਉੱਤੇ ਚੜ੍ਹ ਕੇ ਜਾਣਾ ਪੈਂਦਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮੇਰਾ ਖਾਲਸਾ ਆਵੇਗਾ, ਇੱਕ ਸਿੰਘ ਆਵੇਗਾ ਤਿਆਰ ਬਰ ਤਿਆਰ, ਉਹ ਇਸ ਕਿਲੇ ਨੂੰ ਫਤਿਹ ਕਰੇਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਕਿਲਾ ਫਤਿਹ ਕੀਤਾ ਸੀ। ਗੁਰੂ ਕੋਠਾ ਮਹਾਰਾਜ ਜੀ ਦਾ ਸਥਾਨ ਹੈ, ਦਸਮੇਸ਼ ਗੁਰੂਦੇਵ ਕਲਗੀਧਰ ਪਾਤਸ਼ਾਹ ਦਾ। ਉੱਥੇ ਵੀ ਨੇੜੇ ਕਿਲਾ ਸੀ ਰਾਜੇ ਮੰਡੀ ਦਾ। ਮਹਾਰਾਜ ਜੀ ਨੂੰ ਨਾਲ ਲੈ ਕੇ ਗਿਆ। ਇਹਨੇ ਬੇਨਤੀ ਕੀਤੀ, ਸਤਿਗੁਰੂ ਜੀ ਮੇਰੀ ਭਾਵਨਾ ਹੈ ਕਿ ਮੈਂ ਇੱਕ ਆਪ ਜੀ ਵਾਸਤੇ ਆਪ ਜੀ ਦੇ ਨਾਂ ਤੇ ਕਿਲਾ ਉਸਾਰਨਾ ਚਾਹੁੰਦਾ ਤੇ ਉਹਦਾ ਨੀਂਹ ਪੱਥਰ ਤੁਸੀਂ ਰੱਖੋ। ਮਹਾਰਾਜ ਜੀ ਨੇ ਨੀਂਹ ਪੱਥਰ ਰੱਖਿਆ ਤੇ ਮੰਡੀ ਦੇ ਰਾਜੇ ਨੇ ਸਤਿਗੁਰਾਂ ਵਾਸਤੇ ਕਿਲੇ ਦੀ ਉਸਾਰੀ ਕੀਤੀ ਤੇ ਉਸ ਕਿਲੇ ਦਾ ਨਾਮ ਰੱਖਿਆ ਗੋਬਿੰਦਗੜ੍ਹ।
ਉਹ ਗੁਰੂ ਕੋਠਾ ਸਾਹਿਬ ਤੋਂ ਰਵਾਲਸਰ ਸਾਹਿਬ ਤੋਂ ਤਕਰੀਬਨ 22-23 ਕਿਲੋਮੀਟਰ ਦੀ ਵਾਟ ਦੇ ਉੱਤੇ ਹੈ, ਪਹਾੜ ਦੇ ਉੱਤੇ। ਹੁਣ ਕਿਲਾ ਤਾਂ ਨਹੀਂ ਰਿਹਾ, ਪਰ ਉੱਥੋਂ ਦੀ ਜਿਹੜੀ ਸੰਗਤ ਹੈ, ਲੋਕਲ ਸਿੱਖ ਰਹਿਣ ਵਾਲੇ ਨੇ, ਉਹਨਾਂ ਨੇ ਉੱਥੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ, ਤੇ ਵਿਰਲੇ ਵਿਰਲੇ ਸਿੱਖਾਂ ਨੂੰ ਪਤਾ ਹੈ ਜਿਹੜੇ ਜਾ ਕੇ ਉੱਥੇ ਦਰਸ਼ਨ ਕਰਕੇ ਹਾਜ਼ਰੀ ਭਰ ਕੇ ਆਉਂਦੇ। ਤੋ ਮੰਡੀ ਦਾ ਰਾਜਾ ਇਹ ਮਹਾਰਾਜ ਜੀ ਦਾ ਸ਼ਰਧਾਲੂ ਰਿਹਾ, ਸੇਵਕ ਰਿਹਾ। ਬਾਬਾ ਬੰਦਾ ਸਿੰਘ ਨੇ ਵੀ ਉਹਦਾ ਸਤਿਕਾਰ ਰੱਖਿਆ। ਬਾਬਾ ਜੀ ਨੇ ਵਜ਼ੀਰ ਨੂੰ ਸੱਦਿਆ, ਜਿਹੜਾ ਮੰਡੀ ਦੇ ਰਾਜੇ ਦਾ ਵਜ਼ੀਰ ਸੀ, ਸਿੱਧ ਸੈਨ ਦਾ। ਉਹਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਕਿਹਾ, ਲੱਗੋ ਗੋ ਕਲ ਕੋ ਕਰ ਤੁਮੇ ਅਗਨ ਆਕਾਸ਼ੋਂ ਆਏ। ਆਖਿਆ ਵਜ਼ੀਰ ਨੂੰ ਕਿ ਮੰਡੀ ਦੇ ਰਾਜੇ ਨੂੰ ਕਹੋ ਕਿ ਕੱਲ ਤਾਈਂ ਉਹਦੇ ਕਿਲੇ ਦੇ ਵਿੱਚ ਅੱਗ ਲੱਗੇਗੀ, ਬੜੀ ਭਿਆਨਕ। ਮੰਡੀ ਵਿੱਚ ਅਗਨੀ ਲੱਗੇਗੀ, ਉਹਦਾ ਪ੍ਰਬੰਧ ਕਰ ਛੱਡੋ ਪਹਿਲਾਂ ਹੀ। ਉਹ ਅਗਨੀ ਬੜੀ ਭਿਆਨਕ ਹੋਵੇਗੀ। ਭਵਿੱਖਤ ਬਚਨ ਕੀਤਾ ਵੀ ਆਉਣ ਵਾਲੇ ਸਮੇਂ 'ਚ ਹੋਣਾ। ਜੇ ਬਚਾਅ ਹੋ ਸਕਦਾ ਤੁਹਾਡੇ ਕੋਲੋਂ ਤਾਂ ਕਰ ਲਵੋ। ਚੌਪਈ ਨਿਜ ਰਾਜੇ ਪੈ ਖਬਰ ਕਰ ਦੇ। ਬਾਬਾ ਜੀ ਨੇ ਆਖਿਆ ਆਪਣੇ ਰਾਜੇ ਤਾਈਂ ਖਬਰ ਭੇਜ ਦੇ। ਕਰ ਉਪਾਉ ਰੱਖ ਪਾਣੀ ਭਰ ਤੇ। ਉਪਾਅ ਕਰ ਛੱਡੇ, ਪਾਣੀ ਭਰ ਕੇ ਰੱਖ ਛੱਡੋ ਕਿਲੇ 'ਚ, ਕਿਉਂਕਿ ਜਦੋਂ ਅਗਨੀ ਬੁਝਾਣੀ ਪਏਗੀ ਪਾਣੀ ਦੀ ਲੋੜ ਪੈਣੀ ਹੈ। ਉਹ ਪਾਣੀ ਦਾ ਪ੍ਰਬੰਧ ਜਿਹੜਾ ਉਹ ਕਰ ਲਵੋ। ਗਰੀਬਨ ਕਹਿ ਕਰ ਲਗੇ ਨਾ ਆਗ। ਗਰੀਬਾਂ ਦੇ ਘਰਾਂ ਨੂੰ ਅੱਗ ਨਹੀਂ ਲੱਗੇਗੀ। ਇਹ ਨਹੀਂ ਵੀ ਸਾਰੇ ਮੰਡੀ ਵਿੱਚ ਅੱਗ ਨਹੀਂ ਲੱਗੇਗੀ। ਬਾਬਾ ਜੀ ਕਹਿੰਦੇ ਗਰੀਬਾਂ ਦੇ ਘਰੇ ਅੱਗ ਨਹੀਂ ਲੱਗਣੀ। ਤੋ ਰਾਜੇ ਕਰ ਸਭ ਜਲ ਜਾਗ। ਪਰ ਰਾਜੇ ਦੇ ਘਰ ਦੇ ਵਿੱਚ ਅੱਗ ਜ਼ਿਆਦਾ ਲੱਗਣੀ ਹੈ, ਉਹਦੀਆਂ ਘਰ ਦੀਆਂ ਬਹੁਤੀਆਂ ਵਸਤੂਆਂ ਸੜਨਗੀਆਂ। ਦੋਹਰਾ ਤੋ ਵਜ਼ੀਰ ਸੁਨ ਸਭ ਕਈ ਰਾਜੇ ਜਤਨ ਸੁਕੀਨ। ਵਜ਼ੀਰ ਨੇ ਉਸੇ ਵੇਲੇ ਹਲਕਾਰਾ ਮੰਡੀ ਦੇ ਰਾਜੇ ਕੋਲ ਭੇਜ ਦਿੱਤਾ ਵੀ ਏਦਾਂ ਬਾਬਾ ਜੀ ਨੇ ਆਹ ਬਚਨ ਕਹੇ ਨੇ ਵੀ ਕੱਲ ਸ਼ਾਮ ਨੂੰ ਅੱਗ ਲੱਗਣੀ ਹੈ ਰਾਜੇ ਦੇ ਕਿਲੇ ਵਿੱਚ। ਉਹਦੇ ਪ੍ਰਬੰਧ ਕਰ ਲੈਣ, ਉਹਦੇ ਅੱਗ ਨੂੰ ਬੁਝਾਉਣ ਲਈ ਪਾਣੀ ਇਕੱਠਾ ਕਰ ਲੈਣ। ਤੋ ਇੱਕ ਦਿਨ ਸਵੇਰੇ ਪਹਿਲਾਂ ਦੱਸਿਆ, ਸਾਰਾ ਦਿਨ ਉਹ ਚੱਲ ਕੇ ਰਾਤ ਵੀ ਸਾਰੀ ਟੁਰ ਕੇ ਅਗਲੇ ਦਿਨ ਸਵੇਰੇ ਉਹ ਹਲਕਾਰਾ ਮੰਡੀ ਪਹੁੰਚਿਆ ਰਾਜੇ ਕੋਲ। ਰਾਤ ਅੱਧੀ ਵਡਵਾਓ ਵਗੀ ਮਿਲ ਦੋਇਨ ਛਾਰ ਸੁਕੀਨ। ਕਹਿੰਦੇ ਰਾਤ ਦਾ ਸਮਾਂ ਸੀ, ਇੱਕਦਮ ਆਪਣੇ ਆਪ ਹੀ ਅੱਗ ਲੱਗ ਗਈ। ਅਗਨੀ ਬੜੀ ਭਿਆਨਕ ਲੱਗੀ, ਔਰ ਉਸ ਭਿਆਨਕ ਅਗਨੀ ਨੇ ਬਹੁਤ ਹਵਾ ਤੇ ਅੱਗ ਦੋਵੇਂ ਮਿਲ ਗਏ। ਹੁਣ ਹਵਾ ਤੇ ਅੱਗ ਜਦੋਂ ਦੋਵੇਂ ਮਿਲ ਜਾਣ ਤੇ ਫਿਰ ਉਹ ਤਬਾਹੀ ਲੈ ਆਉਂਦੇ ਆ। ਹਵਾ ਵੀ ਤੇਜ਼ ਚੱਲ ਪਈ, ਉਧਰੋਂ ਅਗਨੀ ਵੀ ਬਲ ਪਈ। ਚੌਪਈ ਔਰ ਲੋਕਨ ਵੱਲ ਜਬ ਅੱਗ ਗਈ। ਜਦੋਂ ਹੋਰ ਇਲਾਕੇ ਵਿੱਚ, ਹੋਰ ਮੰਡੀ ਦੇ ਨਗਰਾਂ ਵਿੱਚ ਜਿਹੜੇ ਹੋਰ ਘਰ ਸਨ, ਉਹਨਾਂ ਵੱਲ ਅੱਗ ਗਈ। ਪਰਿਓਮੀ ਤਬ ਸੋ ਬੁਝ ਗਈ। ਰਾਜੇ ਦੇ ਮਹਿਲ 'ਚ ਕੁਝ ਨੁਕਸਾਨ ਹੋਇਆ, ਫਿਰ ਵੀ ਉਹਨੇ ਆਪਣੀਆਂ ਜਿਹੜੀਆਂ ਕੀਮਤੀ ਵਸਤੂਆਂ ਸਨ ਸਾਂਭ ਲਈਆਂ। ਜਦੋਂ ਸ਼ਹਿਰ ਵਾਲੇ ਪਾਸੇ ਅੱਗ ਵਧੀ ਤੇ ਪਰਮੇਸ਼ਰ ਦੀ ਕਿਰਪਾ ਵਰਤੀ, ਉਸੇ ਵੇਲੇ ਮੀਂਹ ਵਰਸਣਾ ਸ਼ੁਰੂ ਹੋ ਗਿਆ। ਸਿੱਧ ਸੈਨ ਮਨ ਚਿੰਤਾ ਆਈ। ਔਰ ਮੀਂਹ ਬੜੀ ਤੇਜ਼ੀ ਨਾਲ ਵਰਸਿਆ, ਤੇ ਜਿੰਨੀ ਅੱਗ ਸੀ, ਪਹਿਲਾਂ ਤਾਂ ਰਾਜੇ ਸਿੱਧ ਸੈਨ ਦੇ ਮਨ 'ਚ ਚਿੰਤਾ ਆਈ ਵੀ ਅੱਗ ਤਾਂ ਨਗਰ ਵਾਲੇ ਪਾਸੇ ਵੱਧ ਕੇ ਜਾਣ ਲੱਗ ਪਈ, ਗਰੀਬ ਵਿਚਾਰੇ ਸਾਰੇ ਮਾਰੇ ਜਾਣਗੇ। ਹਾਂਜੀ, ਕਰਾਮਾਤ ਬੰਦੇ ਪਿਖ ਲਈ। ਪਰ ਉਧਰੋਂ ਮੀਂਹ ਵਰਸਿਆ ਇੰਨੀ ਤੇਜ਼ੀ ਨਾਲ ਵੀ ਅੱਗ ਬੁਝ ਗਈ। ਰਾਜੇ ਸਿੱਧ ਸੈਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਪ੍ਰਤੱਖ ਕਰਾਮਾਤ ਵੇਖ ਲਈ ਵੀ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਸੇਵਕ ਬੰਦਾ ਸਿੰਘ ਬਹਾਦਰ ਹੈ। ਪ੍ਰਤੱਖ ਕਲਾ, ਜ਼ਾਹਰ ਕਲਾ ਜਿਹੜੀ ਹੈ ਉਹ ਰਾਜੇ ਸਿੱਧ ਸੈਨ ਨੇ, ਜੋ ਮੰਡੀ ਦਾ ਰਾਜਾ ਹੈ, ਉਹ ਵੇਖ ਲਈ। ਕਲ ਹਲਕਾਰੇ ਲਿਓ ਵਜ਼ੀਰ ਬੁਲਾਏ। ਉਸੇ ਵੇਲੇ ਨੇ ਹਲਕਾਰੇ ਭੇਜੇ, ਜਿਹੜੇ ਵਜ਼ੀਰ ਕਹਿਲੂਰੀ ਰਾਜੇ ਦੀ ਮਦਦ ਲਈ ਭੇਜੀਆਂ ਸੀ ਨਾ ਫੌਜਾਂ। ਇਹਨੇ ਸੁਨੇਹਾ ਕੀਤਾ ਵੀ ਜਿੰਨੀਆਂ ਫੌਜਾਂ ਨੇ ਆਪਣੀਆਂ ਲੈ ਕੇ ਵਾਪਸ ਆ ਜਾਓ, ਆਪਾਂ ਬਾਬਾ ਜੀ ਨਾਲ ਲੜਾਈ ਨਹੀਂ ਕਰਨੀ। ਇਹਨਾਂ ਪਹਾੜੀਆਂ ਨਾਲ ਰਲ ਕੇ ਬਾਬਾ ਬੰਦਾ ਸਿੰਘ ਤੇ ਖਾਲਸੇ ਨਾਲ ਆਪਾਂ ਜੰਗ ਨਹੀਂ ਲੜਨਾ। ਏਦਾਂ ਇਹਨੇ ਵਜ਼ੀਰ ਤੇ ਆਪਣੇ ਜਿੰਨੀ ਫੌਜ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ। ਸਾਥੋਂ ਬੰਦਿਓ ਲੜਿਓ ਨਾ ਜਾਏ। ਕਹਿ ਦਿੱਤਾ ਵੀ ਸਾਡੇ ਕੋਲੋਂ ਨਹੀਂ ਲੜ ਹੋਣਾ ਬੰਦੇ ਨਾਲ, ਕਿਉਂਕਿ ਇਹ ਬੰਦਾ ਗੁਰੂ ਕਲਗੀਧਰ ਦਾ ਬੰਦਾ ਹੈ ਤੇ ਮੈਂ ਵੀ ਕਲਗੀਧਰ ਦੇ ਚਰਨਾਂ ਦਾ ਸੇਵਕ ਹਾਂ। ਇਹਦੇ ਨਾਲ ਮੈਂ ਨਹੀਂ ਲੜ ਸਕਦਾ। ਤਾਂ ਕਰਾਮਾਤੀ ਹੈ ਵੀ ਮੈਂ ਫੌਜਾਂ ਭੇਜੀਆਂ ਹੋਈਆਂ ਨੇ ਲੜਨ ਲਈ ਉਹਦੇ ਨਾਲ,
ਤੇ ਉਹ ਮੇਰਾ ਕਿਲਾ ਬਚਾ ਰਿਹਾ ਸੜਨ ਤੋਂ। ਫਿਰ ਵੀ ਮੇਰਾ ਭਲਾ ਕਰ ਰਿਹਾ, ਤੇ ਮੈਂ ਜਿਹੜਾ ਮੇਰਾ ਭਲਾ ਕਰੇ, ਮੇਰਾ ਕਿਲਾ ਸੜਨੋਂ ਬਚਾ ਲਿਆ, ਮੇਰਾ ਨਗਰ ਸੜਨੋਂ ਬਚਾ ਲਿਆ ਜਿਸ ਨੇ, ਮੈਂ ਉਹਦੇ ਨਾਲ ਕਿਵੇਂ ਲੜਾਈ ਕਰਾਂ? ਕਹਿੰਦਾ ਮੇਰੇ ਤੋਂ ਨਹੀਂ ਉਹਦੇ ਨਾਲ ਲੜ ਹੋਣਾ। ਤੋ ਉਨ ਮਿਥਿਓ ਮਿਲਨ ਕੋ ਸਾਜ। ਉਹਨੇ ਹੁਣ ਮਿਲਣ ਦਾ ਸਾਜ ਮਿਥ ਲਿਆ ਵੀ ਮੈਂ ਬਾਬਾ ਬੰਦਾ ਸਿੰਘ ਜੀ ਨੂੰ ਕਿਸੇ ਤਰੀਕੇ ਜਾ ਕੇ ਮਿਲਾਂ। ਗਈ ਕਹਿਲੂਰੋਂ ਫੌਜ ਉਸ ਭਾਜ। ਔਰ ਜਿਹੜੀ ਕਹਿਲੂਰ ਵਿੱਚ ਉਹਦੀ ਫੌਜ ਆਈ ਹੋਈ ਸੀ, ਕਹਿਲੂਰੀ ਰਾਜੇ ਦੇ ਸੱਦੇ ਤੇ ਮੰਡੀ ਦੇ ਰਾਜੇ ਨੂੰ ਸਾਰੀ ਫੌਜ ਜਿਹੜੀ ਸੀ ਵਾਪਸ ਸੱਦ ਲਈ। ਸਾਰੀਆਂ ਫੌਜਾਂ ਰਾਤੋਂ ਰਾਤ ਹੀ ਵਾਪਸ ਮੰਡੀ ਨੂੰ ਚਲੀਆਂ ਗਈਆਂ ਬਿਲਾਸਪੁਰ ਤੋਂ। ਦੋਹਰਾ ਆਗੇ ਸੁਨੋ ਪ੍ਰਸੰਗ ਫਿਰ, ਜੋ ਕਹਿਲੂਰੀਅਨ ਸੀਸ ਵਿਹਾਏ। ਕਹਿੰਦੇ ਅੱਗੇ ਹੋਰ ਪ੍ਰਸੰਗ ਸੁਣੋ। ਜਿਵੇਂ ਹੁਣ ਇਹਨਾਂ ਕਹਿਲੂਰੀਆਂ ਦੇ ਉੱਤੇ ਬੀਤੀ, ਇਹਨਾਂ ਦੇ ਸਿਰ ਤੇ ਬੀਤੀ, ਜਿਹੜੀਆਂ ਇਹਨਾਂ ਦੀਆਂ ਫੌਜਾਂ ਸਨ ਕਿਲੇ ਵਿੱਚ, ਉਹਨਾਂ ਤੇ ਜਿਵੇਂ ਬੀਤੀ, ਉਹ ਪ੍ਰਸੰਗ ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਸੁਣੋ, ਜਿਵੇਂ ਮੈਂ ਸੁਣਿਆ ਤੁਹਾਨੂੰ ਸੁਣਾਉਂਦਾ ਹਾਂ। 1300 ਮੀਏ ਚੀਏ ਕੱਟੇ ਖੂਬ ਬਣਾਏ। 1300 ਗਿਣਤੀ ਸੀ ਉਹਨਾਂ ਮੀਆਂ ਚੀਏ। ਮੀਏ ਚੀਏ ਕਹਿਣ ਤਾਂ ਸਾਰੇ ਮੀਏ ਰੰਗੜ ਗੁੱਜਰ ਉਹ ਸਨ ਸਾਰੇ ਪਹਾੜੀਏ, ਤੇ ਨਾਲ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਰੋਟੀ ਰਾਟੀ, ਏਦਾਂ ਭਾਈ ਸਾਹਿਬ ਕਹਿੰਦੇ ਮੀਏ ਚੀਏ ਜਿੰਨੇ ਵੀ ਸੀ ਨਾ, ਉਹ ਸਾਰੇ ਜਿਵੇਂ ਵੱਡੇ ਪੰਜਾਂ ਨੇ, ਖਾਲਸੇ ਨੇ ਜਾ ਕੇ ਪੰਜਾਂ ਨੇ ਜਿਵੇਂ ਕਿਲਾ ਫਤਿਹ ਕੀਤਾ, ਮੁੜ ਕੇ ਪਿੱਛੋਂ ਸਾਰੀਆਂ ਫੌਜਾਂ ਵੀ ਗਈਆਂ। ਪੰਜਾਂ ਨੇ ਕਿਵੇਂ ਕਿਲਾ ਤੋੜਿਆ, ਪੰਜਾਂ ਨੇ ਕਿਵੇਂ ਕਿਲੇ ਦੇ ਉੱਤੇ ਫਤਿਹ ਪ੍ਰਾਪਤ ਕੀਤੀ, ਤੇ ਕਿਵੇਂ ਖਾਲਸੇ ਨੇ ਪਹੁੰਚ ਕੇ ਉਹ 1300 ਮੀਏ ਚੀਏ ਵੱਢ ਕੇ ਚੰਗੀ ਤਰ੍ਹਾਂ ਗਰਕ ਕੀਤੇ। ਹੁਣ ਉਹ ਸੁਣੋ। ਚੌਪਈ ਤਬ ਬੰਦੇ ਕਹਿਲੂਰੀਅਨ ਫੁਰਮਾਇਓ। ਬਾਬਾ ਬੰਦਾ ਸਿੰਘ ਜੀ ਨੇ ਕਹਿਲੂਰੀ ਵਜ਼ੀਰਾਂ ਨੂੰ ਕਿਹਾ, ਤੁਮ ਪੀ ਆਪਣੇ ਕਰਤੱਵ ਦਿਖਾਇਓ। ਕਹਿੰਦੇ ਤੁਸੀਂ ਸਾਡੇ ਤਾਂ ਕਰਤੱਵ ਵੇਖ ਲਏ ਨੇ ਖਾਲਸੇ ਦੇ, ਹੁਣ ਤੁਸੀਂ ਵੀ ਵਿਖਾਓ ਕੋਈ ਆਪਣਾ ਕਰਤੱਵ, ਕੋਈ ਆਪਣਾ ਬਲ ਜਿਹੜਾ ਤੁਹਾਡਾ ਹੋਵੇ। ਅਸੀਂ ਤਾਂ ਆਪਣੇ ਵਿਖਾ ਦਿੱਤੇ ਆ, ਹੁਣ ਤੁਸੀਂ ਕੋਈ ਆਪਣਾ ਕਰਤੱਵ ਵਿਖਾਓ। ਕੋ ਆਪਣੇ ਗੜ ਆਕੀ ਕਰੋ। ਏਦਾਂ ਕਰੋ ਵੀ ਕੋਈ ਕਿਲਾ ਲੈ ਲਓ ਤੁਸੀਂ ਆਪਣਾ। ਕਿਲੇ ਬੜੇ ਹੁੰਦੇ ਨਾ ਰਾਜਿਆਂ ਦੇ, ਬਿਲਾਸਪੁਰ ਦਾ ਇੱਕ ਵੱਡਾ ਕਿਲਾ, ਛੋਟੇ ਕਿਲੇ ਵੀ ਨੇੜੇ ਤੇੜੇ ਹੁੰਦੇ ਆ। ਕਹਿੰਦੇ ਕੋਈ ਕਿਲਾ ਤੁਸੀਂ ਆਪਣਾ ਆਕੀ ਕਰ ਲਓ, ਉਹਦੇ ਵਿੱਚ ਫੌਜ ਵਾੜ ਲਓ ਔਰ ਉਹਨੂੰ ਆਕੀ ਕਰ ਲਵੋ। 22 ਜਲੰਧਰੀਏ ਸਭ ਮਦ ਵੜੋ। ਆ ਜਿਹੜੇ ਜਲੰਧਰੀਏ ਸੂਬੇ ਤੇ ਹੋਰ 22 ਧਾਰ ਦੇ ਰਾਜਿਆਂ ਦੇ, ਉਹਨਾਂ ਸਾਰੀਆਂ ਦੀਆਂ ਫੌਜਾਂ ਜਿਹੜੀਆਂ ਨੇ ਉਸ ਕਿਲੇ ਚ ਵਾੜ ਲਵੋ। 5 ਪੁਚੰਗੀ ਤੁਮ ਲਏ ਮਾਰ। ਤੁਹਾਡੇ ਕਿਲੇ ਚ ਜਿੰਨੇ ਤੁਸੀਂ ਵਾੜ ਸਕਦੇ ਹੋ ਵਾੜ ਲਓ ਆਪਣੇ ਬੰਦੇ, ਤੇ ਆਕੀ ਹੋ ਜਾਓ। ਕਿਲਾ ਮਜ਼ਬੂਤੀ ਨਾਲ ਬੰਦ ਕਰ ਲਓ, ਹਾਥੀ ਖੜੇ ਕਰਨੇ ਹਾਥੀ ਖੜੇ ਕਰ ਲਓ, ਤੋਪਾਂ ਬੀੜ ਦੀਆਂ ਤੋਪਾਂ ਬੀੜ ਲਓ। ਸਾਡੇ ਕੇਵਲ 5 ਭੁਜੰਗੀ ਸਿੰਘ ਜਾਣਗੇ। 5 ਭੁਜੰਗੀ, ਭੁਜੰਗੀ ਦਾ ਮਤਲਬ ਸੂਰਮੇ ਯੋਧੇ ਸ਼ਸਤਰਧਾਰੀ। ਕਹਿੰਦੇ ਸਾਡੇ 5 ਭੁਜੰਗੀ ਖਾਲਸੇ ਦੇ ਜਾਣਗੇ ਔਰ ਉਹ 5 ਜਣੇ ਹੀ ਤੁਹਾਡਾ ਕਿਲਾ ਮਾਰ ਲੈਣਗੇ। ਹਾਂਜੀ। ਤੋ ਤੁਮ ਛੱਡ ਫਿਰ ਜਾਓ ਪਹਾੜ। ਜਦੋਂ ਸਾਡੇ ਉਹ 5 ਜਣੇ ਤੁਹਾਡਾ ਕਿਲਾ ਮਾਰ ਲੈਣ ਤੇ ਤੁਸੀਂ ਫਿਰ ਸਾਰੇ ਪਹਾੜ ਛੱਡ ਕੇ ਭੱਜ ਜਾਇਓ ਜੇ, ਕਿਉਂਕਿ ਫਿਰ ਤੁਹਾਡੀ ਖੈਰ ਨਹੀਂ ਹੋਣੀ। ਤੇ 5 ਜਣੇ ਸਾਡੇ ਜਿਹੜੇ 5 ਨੇ, ਕਿਉਂਕਿ ਮਹਾਰਾਜ ਜੀ ਇਨ ਪੰਚਨ ਮੈਂ ਵਾਸਾ ਮੇਰਾ। ਜਦੋਂ ਭਾਈ ਦਇਆ ਸਿੰਘ ਨੇ ਸ਼ੁਰੂ ਵਿੱਚ ਮੈਂ ਬੇਨਤੀ ਕੀਤੀ ਹੈ ਨਾ, ਉਹਨਾਂ ਕਿਹਾ ਸੀ ਮਹਾਰਾਜ ਸਾਡੀ ਇਹ ਮੰਗ ਹੈ ਕਿ ਤੁਸੀਂ ਆਪਣੇ ਪੰਥ ਨੂੰ, ਖਾਲਸੇ ਨੂੰ ਕਦੇ ਵਿਛੋੜਾ ਨਾ ਦਿਓ। ਤੇ ਬਾਜਾਂ ਵਾਲੇ ਸਾਹਿਬ ਨੇ ਆਖਿਆ ਮੈਂ ਕਦੇ ਵਿਛੋੜਾ ਦਿਆਂਗਾ ਹੀ ਨਹੀਂ, ਮੈਂ ਖਾਲਸੇ ਵਿੱਚ ਹੀ ਆਪਣਾ ਨਿਵਾਸ ਰੱਖਾਂਗਾ। ਇਨ ਪੰਚਨ ਮੈਂ ਵਾਸਾ ਮੇਰਾ, ਪੰਜਾਂ 'ਚ ਮੇਰਾ ਵਾਸਾ ਹੈ। ਉਹ 5 ਸਿੰਘ ਮਹਾਰਾਜ ਭਾਈ ਬਾਬਾ ਬੰਦਾ ਸਿੰਘ ਜੀ ਕਹਿੰਦੇ 5 ਹੀ ਮਾਰ ਲੈਣਗੇ ਕਿਲੇ ਨੂੰ, 5 ਹੀ ਕਿਲੇ ਤੇ ਫਤਿਹ ਪ੍ਰਾਪਤ ਕਰ ਲੈਣਗੇ। ਉਹ 5 ਸਿੰਘ ਭਾਈ ਬਾਗੜ ਸਿੰਘ, ਹੋਰ ਸਿੰਘ ਜਿਹੜੇ ਜਾ ਰਹੇ ਨੇ, ਉਹਨਾਂ ਸਿੰਘਾਂ ਦਾ ਵੇਰਵਾ ਅੱਗੇ ਆਵੇਗਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਖਾਲਸੇ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੁਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਐ ਪੀਓ ਅਣਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਸਤਨਾਮ ਵਾਹਿਗੁਰੂ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਨੇ ਆਸਰਿਓ ਕੇ आसरा। तू मेरो मेर पर्वत स्वामी, ओट गही मैं तेरी, ना तुम डोलो ना हम गिरते, रख ली निहर मेरी। आए प्रभु शरणागति, कृपा निध दया, एक अखर हर मन बस्त, नानक होत निराला। आनंद गुणी निधान, तन गुरु गरीब निवाज, गरीब निवाज, गरीब निवाज। निर्गुण राख लिया, निर्गुण राख लिया, निर्गुण राख लिया, निर्गुण राख लिया, निर्गुण राख लिया। निर्गुण राख लिया, संतन का सदका, संतन का सदका, सतगुर ठाक लिया, सतगुर ठाक लिया। मोहि पापी बड़दा, मोहि पापी बड़दा, निर्गुण राख लिया, निर्गुण राख लिया, निर्गुण राख
लिया